ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਮੈਂ ਮਨਦੀਪ ਕੌਰ ਭਮਰਾ ਐਜ਼ ਯੂਜ਼ੁਅਲ ਸਾਹਿਤਧਾਰਾ ਚੈਨਲ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਅਤੇ ਤੁਹਾਨੂੰ ਕੁਝ ਸਵਾਲ ਪੁੱਛਦੀ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਸਮਝਦੀ ਹਾਂ ਕਿ ਜਿਹੜਾ ਸਾਹਿਤ ਹੈ ਉਹਦੀ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ ਆਪਾਂ ਕਿ ਸਾਹਿਤ ਦਾ ਆਮ ਜੀਵਨ ਵਿੱਚ ਤੁਸੀਂ ਕੀ ਪ੍ਰਭਾਵ ਸਮਝਦੇ ਹੋ ਅਤੇ ਕੀ ਜੀਵਨ ਸਾਹਿਤ ਨੂੰ ਪ੍ਰਭਾਵਿਤ ਕਰਦਾ ਹੈ ਕਿ ਸਾਹਿਤ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ? देखो जी, गल ये आ कि ਸਾਹਿਤ मेरी समझ अनुसार किसी भी मनुख जाति के बौद्धिक ते सुहजात्मक पद्धर की निशानदेही करता। ठीक है जी। कि वो मनुख जाति कित्थे तक पहुँच गई, उन्होंने कलावां का कितना विकास होया। ये क्योंकि पदार्थक तौर पर तुसी बिल्डिंगां बना लो, पदार्थक तौर पर होर बहुत कुछ कर लो, वो अपनी थां दे उत्ते आ, पर पदार्थक विकास कई बार साडे मानसिक ते बौद्धिक विकास का सूचक नहीं हुंदा। ठीक है। सो मानसिक ते बौद्धिक विकास का सूचक कलावां हुंदियां ते कलावां दे विचों ਸਾਹਿਤ आ जिहड़ा सब तो वध प्रभावशाली रूप आ और इसने जीवन चों ही आउणा हुंदा ते जीवन नूं भी बहुत कुछ वापस देना हुंदा। क्योंकि ਸਾਹਿਤ जीवन के नाल इन्ना नेड़ियों जुड़िया है। मैं तो यह कहना कि जिवें साह रग हुंदी आ, शरीर साह रग दे नाल ते साह रग शरीर दे नाल दोने उस तरह ਸਾਹਿਤ ते जीवन का आपसी संबंध आ और ਸਾਹਿਤ मनुख नूं संवेदनशील बनाउंदा ते संवेदनशील मनुख आ जिहड़ा मुड़ के समाज नूं नवें सिरों सोधण ते साजण दा काम करदा। इस करके इन्हां दोनों का बहुत तत नेड़े का संजीदा गंभीर संबंध आ। ये कोई महज आनंद वाला सिर्फ मनोरंजन वाला काम नहीं है। ਤੁਸੀਂ ਕੀ ਸਮਝਦੇ ਹੋ ਕਿ ਜੋ ਅੱਜ ਦੇ ਦੌਰ 'ਚ ਪੰਜਾਬੀ ਸਾਹਿਤ ਦੇ ਉੱਤੇ ਕੰਮ ਹੋ ਰਿਹਾ ਉਹ ਸੈਟੀਸਫੈਕਟਰੀ ਆ, ਸੰਤੋਸ਼ਜਨਕ ਹੈ ਕਿ ਉਹਦੇ ਵਿੱਚ ਹੋਰ ਨਵੇਂ ਜਿਹੜੇ ਸਿਖਾਂਦਰੂ ਆ ਉਹਨਾਂ ਨੂੰ ਹੋਰ ਸਿੱਖਣ ਦੀ ਲੋੜ ਹੈ? बिल्कुल 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 ये तो निरंतर एक प्रक्रिया सीखण सिखाउण दी। तां मैं बहुती बार निराश नहीं हुंदा। निराश इस करके नहीं हुंदा क्योंकि कई बारी ਸਾਹਿਤ ਦੇ ਵਿੱਚ ਇੱਕੋ ਸਮੇਂ ਐਡਾ ਪੂਰ ਆ ਜਾਂਦਾ ਕਿ ਸਾਨੂੰ ਫੈਸਲਾ ਕਰਨਾ ਔਖਾ ਹੋ ਜਾਂਦਾ ਕਿ ਕੌਣ ਵੱਡਾ ਕੌਣ ਛੋਟਾ ਤੇ ਕੌਣ ਕੀ ਆ। ਤੇ ਕਈ ਵਾਰੀ ਕੁਝ ਸਮਾਂ ਜਿਹੜਾ ਉਹਦੇ ਵਿੱਚ ਇੱਕ ਖਲਾ ਵੀ ਭਰ ਜਾਂਦਾ। ਇਹ ਚੱਲਦਾ ਰਹਿੰਦਾ ਸਾਹਿਤ ਵੀ, ਸਮਾਜ 'ਚ ਵੀ ਚੱਲਦਾ, ਸਾਹਿਤ 'ਚ ਵੀ ਚੱਲਦਾ। ਮੈਂ ਬਹੁਤ ਨਿਰਾਸ਼ ਨਹੀਂ ਹਾਂ ਤੇ ਮੈਂ ਹਮੇਸ਼ਾ ਹੀ ਆਉਣ ਵਾਲੀ ਨੌਜਵਾਨ ਪੀੜ੍ਹੀ ਤੋਂ ਇਸ ਕਰਕੇ ਆਸਵੰਦ ਆ ਕਿ ਉਹ ਸਾਡੇ ਨਾਲੋਂ ਅੱਗੇ ਜਾਵੇਗੀ। ਕਈ ਵਾਰੀ ਸਾਨੂੰ ਲੱਗਦਾ ਕਿ ਉਹ ਸਾਡੀਆਂ ਖਾਹਿਸ਼ਾਂ ਦੇ ਮੁਤਾਬਕ ਜਾਂ ਸਾਡੇ ਬਣਾਏ ਪੈਮਾਨਿਆਂ ਉੱਤੇ ਪੂਰੀ ਤਰ੍ਹਾਂ ਨਹੀਂ ਉਤਰਦੇ, ਪਰ ਉਹ ਕਈ ਵਾਰੀ ਸਾਡੇ ਨਾਲੋਂ ਬਿਹਤਰ ਤੇ ਵੱਖਰਾ ਸੋਚ ਰਹੇ ਹੁੰਦੇ। ਉਹ ਜਦੋਂ ਬਿਹਤਰ ਤੇ ਵੱਖਰਾ ਸੋਚਦੇ ਆ ਉਹੀ ਉਹਨਾਂ ਦੇ ਅਗਲੇ ਰਸਤੇ ਆ ਜਿਹੜੇ ਉਹਨਾਂ ਨੂੰ ਤੈਅ ਕਰਨ ਦਾ ਕੰਮ ਕਰਦੇ ਆ। ਇਸ ਕਰਕੇ ਮੈਂ ਨਿਰਾਸ਼ ਨਹੀਂ ਹਾਂ, ਨਿਰਾਸ਼ ਦਾ ਤਾਂ ਸਵਾਲ ਨਹੀਂ। ਦੂਜੀ ਗੱਲ ਇਹ ਆ ਕਿ ਜਿਹੜੀ ਨਵੀਂ ਪੀੜ੍ਹੀ ਆ, ਕਿਉਂਕਿ ਮੈਂ ਆਪ ਅਧਿਅਨ ਦੇ ਅਧਿਆਪਨ ਨਾਲ ਜੁੜਿਆ ਹੋਇਆ, ਹੁਣ ਨਵੀਂ ਪੀੜ੍ਹੀ ਦੇ ਜਿਹੜੇ ਸਾਡੇ ਸਿਖਾਂਦਰੂ ਨੇ ਖੋਜ ਕਰਨ ਵਾਲੇ ਆ, ਖਾਸ ਕਰਕੇ ਜਿਹੜੇ ਮੇਰੇ ਕੋਲ ਕਰ ਰਹੇ ਆ, ਉਹ ਬੜੇ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਕਰ ਰਹੇ ਆ। ਜਿਵੇਂ ਕੋਈ ਗਦਰ ਲਹਿਰ ਉੱਤੇ ਕਰ ਰਿਹਾ, ਕੋਈ ਇਤਿਹਾਸ ਨਾਲ ਜੋੜ ਕੇ ਕਰ ਰਿਹਾ, ਕੋਈ ਬਸਤੀਵਾਦੀ ਦੌਰ ਨਾਲ ਜੋੜ ਕੇ ਕਰ ਰਿਹਾ, ਕੋਈ ਕਿਸੇ ਹੋਰ ਚੀਜ਼ ਨਾਲ ਜੋੜ ਕੇ ਕਰ ਰਿਹਾ। ਔਰ ਉਹਨਾਂ ਨੇ ਆਪਣੇ ਅਧਿਐਨ ਦੀਆਂ ਦਿਸ਼ਾਵਾਂ ਨੇ ਜਿਹੜੀਆਂ ਉਹਨਾਂ ਨੂੰ ਬਹੁਤ ਮੋਕਲਾ ਕੀਤਾ ਪਹਿਲਾਂ। ਸੋ ਆਉਣ ਵਾਲੇ ਸਮੇਂ 'ਚ ਜਦੋਂ ਉਸ ਖੇਤਰ ਦੇ ਵਿੱਚ ਲਗਾਤਾਰ ਕੰਮ ਕਰਦੇ ਰਹਿਣਗੇ ਤਾਂ ਮੈਨੂੰ ਤਾਂ ਬਹੁਤ ਆਸ ਹੈ ਕਿ ਨਿਸ਼ਚੇ ਹੀ ਉਹ ਨਵੀਆਂ ਗੱਲਾਂ ਕਰਨਗੇ ਔਰ ਸਾਡਾ ਪੁਰਾਣਾ ਜੋ ਲਿਖਿਆ ਪੜ੍ਹਿਆ ਉਸ ਨੂੰ ਸਾਨੂੰ ਦੁਬਾਰੇ ਸੋਚਣ ਲਈ ਮਜਬੂਰ ਕਰਨਗੇ ਵੀ ਤੁਸੀਂ ਜੋ ਕਰ ਰਹੇ ਹੋ ਜਾਂ ਕੀਤਾ ਉਸ ਨੂੰ ਦੁਬਾਰੇ ਸੋਚਣ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਇੱਥੇ ਕਿ ਨਾਲ ਆਪਾਂ ਇਹ ਗੱਲ ਕਰਦੇ ਹਾਂ ਕਿ ਇੱਕ ਤਾਂ ਆਪਣੇ ਤੁਹਾਡੇ ਕੋਲ ਯੂਨੀਵਰਸਿਟੀਆਂ ਦੇ ਵਿੱਚ ਬੱਚੇ ਪੜ੍ਹਦੇ ਆ, ਤਾਂ ਇੱਕ ਉਸ ਤੋਂ ਇਲਾਵਾ ਹੁਣ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਆ ਉਹਦੇ ਵਿੱਚ ਬਹੁਤ ਸਾਰਾ ਮਤਲਬ ਸਾਹਿਤ ਜਿਹੜਾ ਰਚਿਆ ਜਾਂਦਾ, ਕਵਿਤਾ ਰਚੀ ਜਾਂਦੀ ਆ, ਤੇ ਉਹਦੇ ਬਾਰੇ ਵੀ ਤੁਸੀਂ ਆਪਣੀ ਥੋੜ੍ਹੀ ਜਿਹੀ ਗੱਲ ਕਰੋ। ਸੋਸ਼ਲ ਮੀਡੀਆ ਦੇ ਬਾਰੇ ਮੈਂ ਇੱਕ ਤਾਂ ਗੱਲ ਇਹ ਕਹਿਣੀ ਚਾਹੁੰਦਾ ਕਿ ਸੋਸ਼ਲ ਮੀਡੀਆ ਜਿਹੜਾ ਸਾਧਨ ਬਹੁਤ ਚੰਗਾ ਪਰ ਇਸ ਨੂੰ ਵਰਤਿਆ ਬਹੁਤਾ ਅਨਸੋਸ਼ਲ ਚੀਜ਼ਾਂ ਲਈ ਜਾ ਰਿਹਾ।
ਇਹ ਬੜੀ ਸੰਕਟ ਵਾਲੀ ਗੱਲ ਹੈ ਔਰ ਇਸ ਗੱਲ ਨੂੰ ਇੱਕ ਤਾਂ ਸਮਝਣ ਦੀ ਜ਼ਰੂਰਤ ਹੈ। ਦੂਜੀ ਗੱਲ ਕੀ ਆ ਕਿ ਸੋਸ਼ਲ ਮੀਡੀਆ ਨੂੰ ਪ੍ਰਤੀ ਸਾਡੀ ਰਿਸਪੌਂਸਿਬਿਲਿਟੀ ਹੈ ਨਾ ਜਿਹੜੀ, ਅਸੀਂ ਉਹਦੇ ਤੋਂ ਮੁਨਕਰ ਹੋ ਗਏ। ਤੁਸੀਂ ਫੇਸਬੁੱਕ ਤੇ ਜਾਓ, ਕੋਈ ਗੱਲ ਕਿਸੇ ਨੂੰ ਚੰਗੀ ਨਾ ਲੱਗੀ ਉਹ ਗਾਲਾਂ ਕੱਢਣ ਲੱਗ ਜਾਂਦਾ, ਮਤਲਬ ਕਿਸੇ ਤਰ੍ਹਾਂ ਦੀ ਨੈਤਿਕਤਾ ਹੀ ਨਹੀਂ ਰਹੀ, ਹੋਰ ਨਹੀਂ ਰਿਹਾ। ਸੋਸ਼ਲ ਮੀਡੀਆ ਨੇ ਜਿਹੜਾ ਇੱਕ ਆਮ ਜਨ ਸਧਾਰਨ ਤੱਕ ਪਹੁੰਚ ਦਾ ਕੰਮ ਕੀਤਾ ਸੀ। ਮੰਨ ਲਓ ਇੱਕ ਬੰਦੇ ਨੇ ਕਵਿਤਾ ਲਿਖੀ, ਉਹ ਕਵਿਤਾ ਜੇ ਅਖਬਾਰ 'ਚ ਛਪੇਗੀ ਜਾਂ ਮੈਗਜ਼ੀਨ 'ਚ ਛਪੇਗੀ ਜਾਂ ਕਿਤਾਬ 'ਚ ਛਪੇਗੀ, ਉਹ ਇੱਕ ਸੀਮਤ ਦਾਇਰੇ ਤੱਕ ਸੀ। ਇਹਨੇ ਉਸ ਦਾਇਰੇ ਨੂੰ ਤਾਂ ਬਹੁਤ ਵਿਸਤਾਰ ਦਿੱਤਾ, ਕਿਉਂਕਿ ਇੱਕ ਪਿੰਡ ਦੇ ਕੋਨੇ 'ਚ ਬੈਠਾ ਵੀ ਬੰਦਾ ਪੜ੍ਹ ਸਕਦਾ, ਸਰਹੱਦ ਕੋਲੇ ਬੈਠਾ ਵੀ ਪੜ੍ਹ ਸਕਦਾ, ਉਹ ਵੀ ਪੜ੍ਹ ਸਕਦਾ ਜਿੱਥੇ ਨਾ ਅਖਬਾਰ ਜਾਂਦਾ ਤੇ ਨਾ ਮੈਗਜ਼ੀਨ ਜਾਂਦਾ। ਇਹ ਤਾਂ ਸੋਸ਼ਲ ਮੀਡੀਆ ਨੇ ਵਿਸਤਾਰ ਕੀਤਾ। ਪਰ ਅਸੀਂ ਸੋਸ਼ਲ ਮੀਡੀਆ ਪ੍ਰਤੀ ਕਿੰਨਾ ਕੁ ਰਿਸਪੌਂਸਿਬਲ ਆ ਜਾਂ ਸਾਡੀ ਕੀ ਰਿਸਪੌਂਸਿਬਿਲਿਟੀ ਬਣਦੀ ਆ, ਇਹ ਭੂਮਿਕਾ ਲੇਖਕ ਤੇ ਬੰਦੇ ਦੀ ਨਿਸ਼ਚਿਤ ਹੋਣੀ ਚਾਹੀਦੀ ਹੈ। ਜਦੋਂ ਇਹ ਨਿਸ਼ਚਿਤ ਹੋ ਗਈ ਤਾਂ ਇਹੀ ਸੋਸ਼ਲ ਮੀਡੀਆ ਜਿਹੜਾ ਅੱਜ ਕੱਲ੍ਹ ਕੇ ਖਾਸ ਕਰਕੇ ਤੁਸੀਂ ਕਿਸਾਨੀ ਦਾ ਅੰਦੋਲਨ ਦੇਖ ਲਓ, ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪੂਰੀ ਮੂਵਮੈਂਟ ਦੇਖ ਲਓ, ਜਾਂ ਈਵਨ ਬੀਜੇਪੀ ਦਾ IT ਸੈੱਲ ਆ ਜਿਹਨੇ ਇੰਨਾ ਵੱਡਾ ਕੰਮ ਕੀਤਾ, ਕਿਸੇ ਵੀ ਪਾਰਟੀ ਨੂੰ ਦੇਖ ਲਓ, ਪੋਲੀਟੀਕਲ ਪਾਰਟੀ ਆ, ਕੋਈ ਸੋਸ਼ਲ ਐਕਟਿਵਿਸਟ ਗਰੁੱਪ ਆ, ਉਹਨਾਂ ਨੇ ਸੋਸ਼ਲ ਮੀਡੀਆ ਨੂੰ ਇੰਨੇ ਬਿਹਤਰ ਢੰਗ ਨਾਲ ਸੋਸ਼ਲ ਕੌਨਸ਼ੀਅਸਨੈਸ ਲਈ ਤੇ ਆਪਣੀ ਗੱਲ ਉੱਥੇ ਤੱਕ ਲਿਜਾਣ ਲਈ ਵਰਤਿਆ। ਪਰ ਜੇ ਅਸੀਂ ਇਸ ਨੂੰ ਇਸ ਗੱਲ ਦੀ ਬਜਾਏ ਐਵੇਂ ਜੋ ਮਨ ਆਇਆ ਉਹ ਕਰੀ ਗਿਆ, ਇੱਧਰੋਂ ਕਰੀ ਜਾਏ ਉਹ ਕਰੀ ਜਾਈਏ, ਜਿਹਦਾ ਕੋਈ ਅਰਥ ਨਹੀਂ, ਨਾ ਸਮਾਜਿਕ ਤੌਰ ਤੇ ਕੋਈ ਅਰਥ ਹੈ ਨਾ ਮਾਨਵੀ ਤੌਰ ਤੇ ਕੋਈ ਅਰਥ ਆ, ਫਿਰ ਇਹ ਬਹੁਤੀ ਦੇਰ ਨਹੀਂ ਚੱਲਣ ਵਾਲਾ ਹੈ। ਇਸ ਕਰਕੇ ਦੋਨਾਂ ਦੀ ਭੂਮਿਕਾ ਜਿਹੜੀ ਆ ਉਹ ਵੀ ਨਿਰਧਾਰਤ ਹੋਣੀ ਚਾਹੀਦੀ ਆ ਔਰ ਇਸ ਮੀਡੀਆ ਨੂੰ ਸੰਜੀਦਾ ਹੀ ਬਣਿਆ ਰਹਿਣ ਦੇਣਾ ਚਾਹੀਦਾ, ਕਿਉਂਕਿ ਜਦੋਂ ਇਹ ਸੰਜੀਦਾ ਨਹੀਂ ਰਹਿੰਦਾ ਬਹੁਤ ਸਾਰੇ ਲੋਕਾਂ ਦੇ ਤੋਂ ਵਿਸ਼ਵਾਸ ਉੱਠ ਜਾਂਦਾ, ਫਿਰ ਉਹ ਚੰਗੀ ਚੀਜ਼ ਵੀ ਮੀਡੀਆ ਦੇ ਵਿੱਚੋਂ ਆਈ ਨਿਕਲ ਜਾਂਦੀ ਆ। ਇਸ ਕਰਕੇ ਕਿਉਂਕਿ ਉਹਨੂੰ ਲੱਗਦਾ ਕਿ ਐਵੇਂ ਸਾਰਾ ਦਿਨ ਭਕਾਈ ਕਰੀ ਜਾਂਦੇ, ਸਾਰਾ ਦਿਨ ਭਕਾਈ। ਸੋ ਇਹ ਤਾਂ ਮੇਰਾ ਇਹਦੇ ਪ੍ਰਤੀ ਕਮੈਂਟ ਹੈ। ਤੁਸੀਂ ਮੈਂ ਮਤਲਬ ਸਮਝਦੀ ਹਾਂ ਕਿ ਤੁਸੀਂ ਸਾਡੇ ਕੋਲ ਬਹੁਤ ਸਾਰੇ ਚਿੰਤਕ ਹੈ ਤੁਹਾਡੇ ਸਮੇਤ, ਤੇ ਮੇਰਾ ਜਦੋਂ ਸਾਹਿਤਧਾਰਾ ਚੈਨਲ ਚਲਾਉਣ ਦਾ ਮਕਸਦ ਇਹ ਸੀ ਕਿ ਮੈਂ ਸਮਝਾਂ ਕਿਸਾਨੀ ਦੇ ਮੁੱਦੇ ਲੈ ਲਓ ਜਾਂ ਹੋਰ ਤੁਹਾਡੇ ਲੋਕਾਂ ਕੋਲ ਉਹਦੇ ਕੀ ਹੱਲ ਨੇ, ਤੇ ਇਸ ਮਸਲੇ ਤੇ ਤੁਹਾਡੇ ਕੋਲ ਕੋਈ ਰਾਏ, ਕੋਈ ਹੱਲ, ਕੋਈ ਜਿੱਦਾਂ ਪੁਰਾਣੇ ਸਮੇਂ 'ਚ ਆਪਾਂ ਨੁੱਕੜ ਨਾਟਕ ਹੁੰਦੇ ਸੀ, ਥਾਂ ਤੇ ਜਾ ਕੇ ਜਾਂ ਕਿਸੇ ਤਰੀਕੇ ਲੋਕਾਂ ਨੂੰ, ਬੱਚਿਆਂ ਨੂੰ ਸੇਧ ਦਿੱਤੀ ਜਾ ਸਕਦੀ। ਉਹਦੇ 'ਚ ਦੇਖੋ ਮਨਦੀਪ ਜੀ, ਇੱਕ ਗੱਲ ਤਾਂ ਇਹ ਆ ਕਿ ਸਾਹਿਤ ਨਾ ਵੈਸੇ ਇਸ ਗੱਲ ਦਾ ਸਾਨੂੰ ਭਰਮ ਨਹੀਂ ਹੋਣਾ ਚਾਹੀਦਾ ਵੀ ਸਾਹਿਤ ਸਾਡੇ ਸਮਾਜ ਦੇ ਮਸਲੇ ਹੱਲ ਕਰ ਦੂ। ਸਾਹਿਤ ਨੇ ਮਸਲੇ ਨਹੀਂ ਹੱਲ ਕਰਨੇ। ਸਵਾਲ ਇਹ ਸਾਹਿਤ ਨੇ ਕਰਨਾ ਕੀ ਆ? ਸਾਹਿਤ ਦੋ ਕੰਮ ਕਰਦਾ। ਸਭ ਤੋਂ ਵੱਡਾ ਤਾਂ ਕੰਮ ਇਹ ਕਰਦਾ ਕਿ ਬੰਦੇ ਨੂੰ ਸੰਵੇਦਨਸ਼ੀਲ ਬਣਾਉਂਦਾ ਔਰ ਸਮਾਜ ਪ੍ਰਤੀ ਚੇਤੰਨ ਕਰਦਾ। ਇਹ ਦੋ ਕੰਮ ਕਰਦਾ। ਜੇ ਅਸੀਂ ਕਹਿੰਦੇ ਕਿ ਸਾਹਿਤ ਹੱਲ ਕਰ ਦੇਗਾ, ਹੱਲ ਨਹੀਂ ਕਰਦਾ। ਹੱਲ ਅਲਟੀਮੇਟਲੀ ਪੋਲੀਟੀਕਲ ਹੁੰਦੇ ਔਰ ਸੋਸ਼ਲ ਪ੍ਰੋਬਲਮ ਦੇ ਹੱਲ ਸੋਸ਼ਲ ਹੁੰਦੇ ਆ, ਵਿਅਕਤੀਗਤ ਨਹੀਂ ਹੁੰਦੇ। ਸਾਹਿਤ ਨੇ ਨਹੀਂ ਕਰਨਾ। ਇੱਥੋਂ ਤੱਕ ਸਵਾਲ ਇਹ ਹੈ ਕਿ ਕਿਸਾਨੀ ਦੇ ਮਸਲਿਆਂ ਦੇ ਉੱਤੇ ਜਿਸ ਕਿਸਮ ਦਾ ਇੰਨਾ ਲੰਮੇ ਸਮੇਂ ਤੋਂ ਆਲਮੋਸਟ 3 ਮਹੀਨੇ ਹੋ ਗਏ ਆ ਕਿ ਦਿੱਲੀ 'ਚ ਅੰਦੋਲਨ ਚੱਲ ਰਿਹਾ, ਉਸ ਤੋਂ ਪਹਿਲਾਂ ਪੰਜਾਬ ਦੀ ਧਰਤੀ ਦੇ ਉੱਤੇ ਚੱਲਦਾ ਰਿਹਾ। ਇਹ ਅੰਦੋਲਨ ਨੂੰ ਸਮਝਣ ਦੀ ਜ਼ਰੂਰਤ ਇਹ ਆ ਕਿ ਜਿਹੜੇ ਖੇਤੀ ਦਾ ਮਾਡਲ ਜਿਹੜਾ ਚੇਂਜ ਕੀਤਾ ਜਾ ਰਿਹਾ, ਇਸ ਗੱਲ ਲਈ ਮੈਂ ਥੋੜਾ ਜਿਹਾ ਪਿੱਛੇ ਲਿਆਉਣਾ ਚਾਹਾਂਗਾ ਕਿਉਂਕਿ ਸਾਡੇ ਅਜੇ ਉਹੋ ਜਿਹੀ ਡਿਬੇਟ ਨਹੀਂ ਹੈ ਖੇਤੀ ਦੇ ਕਾਨੂੰਨਾਂ ਉੱਪਰ। ਤੁਸੀਂ ਦੇਖੋਗੇ ਕਿ ਦੇਸ਼ ਆਜ਼ਾਦ ਹੁੰਦਾ ਤਾਂ ਪੰਜਾਬ ਦੀ ਜਿਹੜੀ ਜ਼ਮੀਨ ਇੰਨੀ ਫਰਟਾਈਲ ਸੀ, ਉਹ ਫਰਟਾਈਲ ਜ਼ਮੀਨ ਨੂੰ ਵੱਧ ਤੋਂ ਵੱਧ ਉਤਪਾਦਨ ਦੇ ਲਈ ਤਿਆਰ ਕਰਨਾ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਦਾ ਇੱਕ ਪ੍ਰੋਜੈਕਟ ਇਹ ਹੋਣਾ ਬਣਨਾ ਕਿ ਹਿੰਦੁਸਤਾਨ ਅੰਨ ਦੀ ਸਮੱਸਿਆ ਨੂੰ ਖਤਮ ਕਰਕੇ ਕਿਸੇ ਦੂਸਰੇ ਮੁਲਕ ਉੱਤੇ ਨਿਰਭਰ ਨਹੀਂ ਰਹੇਗਾ। ਉਹਦੇ ਲਈ ਗ੍ਰੀਨ ਰੈਵੋਲੂਸ਼ਨ ਆਇਆ। ਉਸ ਗ੍ਰੀਨ ਰੈਵੋਲੂਸ਼ਨ ਲਈ ਤੁਸੀਂ ਦੇਖੋਗੇ ਕਿ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਾਰਾ ਧਿਆਨ ਜਦੋਂ ਦੇਸ਼ ਆਜ਼ਾਦ ਹੁੰਦਾ ਤਾਂ ਪੰਜਾਬ ਦੇ ਨਾਰਥ ਇੰਡੀਆ ਦੇ ਵਿੱਚ ਭਾਖੜਾ ਡੈਮ ਦੇ ਉੱਤੇ। ਭਾਖੜਾ ਡੈਮ ਤੋਂ ਬਿਜਲੀ ਪੈਦਾ ਕਰਨ ਲਈ ਨਹੀਂ ਸੀ ਕੀਤਾ। ਭਾਖੜਾ ਡੈਮ ਸਾਡਾ ਜਿਹੜਾ ਪਹਾੜੀ ਪਾਣੀ ਸੀ ਉਹਨੂੰ ਇੱਕ ਥਾਂ ਤੇ ਰੋਕ ਕੇ ਪੰਜਾਬ ਦੀ ਧਰਤੀ ਨੂੰ ਸਿੰਜਾਈਯੋਗ ਬਣਾਉਣਾ ਤਾਂ ਕਿ ਅਸੀਂ ਇੱਥੋਂ ਬਹੁਤ ਸਾਰੀ ਜਿਹੜੀ ਅੰਨ ਦੀ ਕਿੱਲਤ ਆ ਉਹਨੂੰ ਦੂਰ ਕਰ ਸਕੀਏ ਔਰ ਅਸੀਂ ਉਹਦੇ 'ਚ ਕਾਮਯਾਬ ਹੋਏ। ਭਾਵੇਂ ਉਹਦੇ ਨਾਲ ਸਾਡੇ ਕੋਲ ਸੰਕਟ ਵੀ ਕੁਝ ਪੈਦਾ ਹੋਏ, ਚਾਹੇ ਉਹ ਵਾਤਾਵਰਨ ਦਾ ਸੰਕਟ ਹੋਵੇ, ਪੈਸਟੀਸਾਈਡ ਦਾ ਸੰਕਟ ਹੋਵੇ, ਇਹ ਨਹੀਂ ਕਿ ਨਹੀਂ, ਪਰ ਅਸੀਂ ਜੋ ਮਕਸਦ ਰੱਖਿਆ ਸੀ ਅੰਨ ਵਾਲਾ ਉਹਨੂੰ ਕਾਫੀ ਹੱਦ ਤੱਕ ਪੰਜਾਬ ਨੇ ਪੂਰਿਆ ਕੀਤਾ। ਆਹ ਜਿਹੜਾ ਕਾਨੂੰਨ ਆ, ਇਸ ਕਾਨੂੰਨ ਨੂੰ ਸਮਝਣ ਦੀ ਜ਼ਰੂਰਤ।
ਉਦੋਂ ਜਦੋਂ ਗ੍ਰੀਨ ਰੈਗੂਲੇਸ਼ਨ ਵਾਪਰਿਆ, ਸਰਕਾਰ ਨੇ ਵੱਡੀ ਪੱਧਰ ਤੇ ਸਬਸਿਡੀ ਦਿੱਤੀ, ਸਰਕਾਰ ਨੇ ਵੱਡੀ ਪੱਧਰ ਤੇ એનર્ਜੀ ਪੈਦਾ ਕੀਤੀ, ਸਰਕਾਰ ਨੇ ਵੱਡੀ ਪੱਧਰ ਉੱਤੇ ਵੱਡੇ ਵੱਡੇ ਬਿਜਲੀ ਘਰ ਲਾਏ। ਇਹ ਮਾਡਲ ਕੀ ਹੈ? ਇਹ ਮਾਡਲ ਜਿਹੜਾ ਖੇਤੀ ਦਾ ਕਾਰਪੋਰੇਟ ਦਾ ਮਾਡਲ ਹੈ। ਕਾਰਪੋਰੇਟ ਦਾ ਜਿਹੜਾ ਮਾਡਲ ਆ, ਕਾਰਪੋਰੇਟ ਦਾ ਮਸਲਾ ਲੋਕ ਨਹੀਂ ਹੁੰਦੇ, ਕਾਰਪੋਰੇਟ ਦਾ ਮਸਲਾ ਬਾਜ਼ਾਰ ਹੁੰਦਾ। ਹੁਣ ਉਹ ਇਹ ਕਹਿ ਰਿਹਾ ਤੇ ਸਰਕਾਰ ਦਾ ਬਿਆਨ ਆ, ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਕਿ 65,000 ਲੱਖ ਕਰੋੜ ਦਾ ਅਸੀਂ ਬਾਹਰੋਂ ਤੇਲ ਦਰਾਮਦ ਕਰਦੇ ਹਾਂ ਵੀ ਜੇ ਖੇਤੀ ਕਾਰਪੋਰੇਟ ਬਣ ਜਾਏਗੀ ਅਸੀਂ 65 ਲੱਖ ਕਰੋੜ ਸਾਡੇ ਕਿਸਾਨਾਂ ਕੋਲੇ ਆ ਜਾਏਗਾ। ਇਹ ਇੱਕ ਬਣਾਈ ਜਾ ਰਹੀ ਹੈ। ਮੈਂ ਕਹਿੰਦਾ ਨੋ ਡਾਊਟ ਉਹ ਹਿੰਦੁਸਤਾਨ 'ਚ ਰਹਿ ਜਾਏਗਾ 65 ਲੱਖ ਕਰੋੜ, ਪਰ ਉਹ ਜਾਏਗਾ ਕਿਹਦੇ ਕੋਲੇ? ਜਦੋਂ ਤੁਸੀਂ ਕੰਟਰੈਕਟ ਫਾਰਮਿੰਗ ਕਰੋਗੇ ਤਾਂ ਕੰਟਰੈਕਟ ਫਾਰਮਿੰਗ 'ਚ 10-10 ਹਜ਼ਾਰ ਏਕੜ ਦੇ ਫਾਰਮ ਹੋਣਗੇ। ਉਹ ਫਾਰਮ ਨੂੰ ਇੱਕ ਕਾਰਪੋਰੇਟ ਘਰਾਣਾ ਆਪਰੇਟ ਕਰੇਗਾ। ਫਿਰ ਕਾਰਪੋਰੇਟ ਘਰਾਣਾ ਉਹ ਚੀਜ਼ ਬੀਜੇਗਾ ਜਿਹਦੀ ਬਾਜ਼ਾਰ ਨੂੰ ਲੋੜ ਹੋਵੇਗੀ, ਉਹ ਚੀਜ਼ ਨਹੀਂ ਪੈਦਾ ਕਰੇਗਾ ਜਿਹਦੀ ਲੋੜ ਮਨੁੱਖ ਨੂੰ ਹੋਵੇਗੀ। ਮਨੁੱਖ ਨੂੰ ਤਾਂ ਅੰਨ ਦੀ ਲੋੜ ਹੋਵੇਗੀ, ਉਹ ਪੈਦਾ ਕਰੇਗਾ ਬਾਜ਼ਾਰ ਦੇ ਤੇਲ। ਉਹ 65,000 ਲੱਖ ਕਰੋੜ ਰੁਪਇਆ ਜਾਏਗਾ ਕਿਹਦੇ ਕੋਲੇ? ਕਾਰਪੋਰੇਟ ਕੋਲੇ, ਕਿਸਾਨੀ ਕੋਲੇ ਨਹੀਂ ਆਉਣਾ। ਕਿਸਾਨੀ ਨੂੰ ਤਾਂ ਕਿਰਾਇਆ ਮਿਲਣਾ ਉਸ ਜ਼ਮੀਨ ਦਾ। ਉਹ ਕਹਿੰਦੇ ਜੀ ਅਸੀਂ 50,000 ਦੀ ਬਜਾਏ 10,000 ਵੱਧ ਦੇ ਦਿਆਂਗੇ, 60,000 ਕਿੱਲਾ ਏਕੜ ਠੇਕਾ ਦੇ ਦਿਆਂਗੇ। ਉਹ 60,000 ਤਾਂ ਦੇ ਦੋਗੇ, ਤੁਸੀਂ ਉਸ ਕਿਸਾਨ ਦੇ ਕੋਲੋਂ ਉਹਦੀ ਰੋਜ਼ੀ ਰੋਟੀ ਖੋਲੀ। ਉਹ 60,000 ਰੁਪਇਆ ਸਿਰਫ ਇੱਕ ਏਕੜ ਦੀ ਕੀਮਤ ਨਹੀਂ ਹੈ, ਕਿਰਾਇਆ ਨਹੀਂ ਹੈ ਉਹਦਾ। ਜਿਹੜੀ ਉਹਨੇ ਕਿਰਤ ਲਾ ਕੇ ਉਹਦੇ ਚੋਂ ਹੋਰ ਚੀਜ਼ਾਂ ਪੈਦਾ ਕਰਨੀਆਂ ਸੀ, ਜਿਹੜੀਆਂ ਆਪਣੇ ਪਰਿਵਾਰ ਲਈ ਵੀ ਪੈਦਾ ਕਰਨੀਆਂ ਸੀ, ਉਹਦੇ ਤੋਂ ਤੁਸੀਂ ਉਸ ਨੂੰ ਰੀਪਲੇਸ ਕਰ ਦਿੱਤਾ। ਉਹਨੂੰ 50-60,000 ਰੁਪਈਆ ਪਰ ਏਕੜ ਦੇ ਕੇ ਕਹਿੰਦੇ ਹੋ ਜਾਂ ਤੂੰ ਬਾਜ਼ਾਰ 'ਚੋਂ ਚੀਜ਼ਾਂ ਖਰੀਦ ਲਿਆ। ਉਹ ਆਪਣੀ ਹੀ ਧਰਤੀ ਦੀ, ਆਪਣੀ ਹੀ ਮਾਲਕੀ ਵਾਲੀ ਚੀਜ਼ ਦੀ, ਜ਼ਮੀਨ ਦੀ ਜਿਹੜੀ ਚੀਜ਼ ਪੈਦਾ ਹੋਈ ਹੋਊਗੀ, ਉਹ ਬਾਜ਼ਾਰ 'ਚੋਂ ਜਦੋਂ ਖਰੀਦੇਗਾ ਤਾਂ ਕੀ ਹੋਏਗਾ? ਕਿਸਾਨ ਦੀ ਮੱਕੀ ਤਾਂ ਵਿਕੀ 800 ਤੋਂ ਲੈ ਕੇ 1600-1800 ਰੁਪਏ ਕੁਇੰਟਲ, ਤੇ ਰਿਲਾਇੰਸ ਦਾ ਆਟਾ ਕਿੰਨੇ ਦਾ ਸੀ? 130 ਤੇ 40 ਰੁਪਏ ਦਾ ਕਿਲੋ। ਮੈਨੂੰ ਦੱਸੋ ਤਾਂ ਸਹੀ ਵੀ ਉਹ ਮੱਕੀ ਜਿਹੜੀ ਕਿਸਾਨ ਨੇ ਬੀਜੀ, ਉਹਨੂੰ ਪਾਲਿਆ, ਛੱਲੀਆਂ ਬਣੀਆਂ, ਉਦੋਂ ਬਾਅਦ ਉਹਨੂੰ ਉਤਾਰ ਕੇ ਤੇ ਸਿਰਫ ਆਟੇ ਦੀ ਚੱਕੀ ਤੋਂ ਬਾਹਰ ਕੱਢ ਦੇਣ ਤੋਂ ਬਾਅਦ ਲਿਫਾਫੇ 'ਚ ਪੈਕ ਕਰਨ ਨਾਲ ਹੀ ਇਹ 125 ਰੁਪਈਆ ਕਿਵੇਂ ਵੱਧ ਗਈ? 6 ਮਹੀਨੇ ਜਿਹਨੇ ਲਾ ਕੇ ਉੱਥੇ ਪੈਦਾ ਕੀਤੀ, ਉਹਨੂੰ ਤਾਂ 8 ਤੋਂ 16 ਰੁਪਏ ਦੇ ਵਿੱਚ ਦਿੱਤਾ, ਤੇ ਤੁਸੀਂ 2 ਦਿਨ ਦੇ ਵਿੱਚ ਉਹਨੂੰ ਪ੍ਰੋਡਕਟ ਤਿਆਰ ਕਰਕੇ 150 ਰੁਪਏ ਤੇ ਲੈ ਗਏ। ਤੁਸੀਂ ਜਦੋਂ ਆਪਣੀ ਗੱਲ ਸ਼ੁਰੂ ਕੀਤੀ ਸੀ, ਆਪਣੀ ਗੱਲ ਹੋਈ ਸੀ ਭਾਖੜਾ ਨੰਗਲ ਤੋਂ ਜਾਂ ਭਾਖੜਾ ਡੈਮ ਤੋਂ, ਤਾਂ ਉਦੋਂ ਵੀ ਸਰਕਾਰ ਨੇ, ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ, ਉਹਨਾਂ ਨੇ ਹੱਲ ਕੀਤੇ, ਤੇ ਹੁਣ ਦੀ ਸਰਕਾਰ ਹੱਲ ਨਹੀਂ ਕਰ ਰਹੀ ਸਿੱਧੇ ਤੌਰ ਤੇ। ਹੱਲ ਦਾ ਨਹੀਂ ਮੈਡਮ, ਹੱਲ ਨਹੀਂ ਕਰ ਰਹੀ, ਉਹ ਤਾਂ ਹੱਲ ਪਰਮਾਨੈਂਟ ਕਰ ਰਹੀ ਹੈ। ਕਿਸਾਨੀ ਦਾ ਪਰਮਾਨੈਂਟ ਹੱਲ ਕਰ ਰਹੀ ਆ, ਕਿਸਾਨੀ ਨੂੰ ਖੇਤੀ ਚੋਂ ਬਾਹਰ ਕਰ ਰਹੀ ਆ। ਮੈਂ ਉਹਨਾਂ ਲੋਕਾਂ ਚੋਂ ਆ ਜਿਹੜਾ ਇਹ ਮਹਿਸੂਸ ਕਰਦਾ ਕਿ ਹਿੰਦੁਸਤਾਨ ਨੂੰ ਜਦੋਂ ਕਿਸਾਨੀ ਦੇ ਧੰਦੇ ਚੋਂ ਕੱਢ ਕੇ ਇੰਡਸਟਰੀਲਾਈਜੇਸ਼ਨ 'ਚ ਨਹੀਂ ਲੈ ਕੇ ਆਓਗੇ, ਉਦੋਂ ਤੱਕ ਕਿਸਾਨੀ ਦੇ ਸੰਕਟ ਖਤਮ ਨਹੀਂ ਹੋਣੇ। ਮੈਂ ਆਪ ਇਸ ਮਤ ਦਾ ਆਦਮੀ। ਪਰ ਕੀ ਇਹ ਜਿਹੜੇ ਕਾਨੂੰਨ ਬਣੇ ਆ, ਇਹ ਕਿਸਾਨੀ ਨੂੰ ਇੰਡਸਟਰੀਲਾਈਜੇਸ਼ਨ 'ਚ ਲੈ ਕੇ ਆਉਂਦੇ ਆ ਕਿ ਕਿਸਾਨੀ ਨੂੰ ਉਸ ਧੰਦੇ ਚੋਂ ਵੀ ਧੱਕ ਕੇ ਪਰੇ ਕਰ ਦਿੰਦੇ? ਹਾਂਜੀ, ਉਹ ਵੱਖਰੇ ਪ੍ਰੋਜੈਕਟ ਹੋਣਗੇ ਜਿਹੜੇ ਕਿਸਾਨੀ ਦੇ ਹੱਕ ਹਾਂਜੀ ਇੱਥੇ ਕਾਰਖਾਨੇ ਲੱਗ ਸਕਦੇ ਨੇ, ਬਿਲਕੁਲ ਕੁਝ ਹੋ ਸਕਦਾ, ਉਹ ਸਹੀ ਤਰੀਕਾ ਜਾਣਦਾ। ਮਨਦੀਪ ਜੀ, ਪੰਜਾਬ ਦੀ ਕੁਦਰਤ ਨੇ ਹਰ ਥਾਂ ਦੇ ਉੱਤੇ ਲੋਕਾਂ ਦੇ ਜਿਉਣ ਦੇ ਸਾਧਨ ਪੈਦਾ ਕੀਤੇ ਆ। ਪੰਜਾਬ ਦੀ ਜਿਓਗ੍ਰਾਫੀ ਕੋਲੇ ਧਰਤੀ ਆ, ਸਾਡੇ ਕੋਲੇ ਪਹਾੜ ਨਹੀਂ ਹੈ, ਸਾਡੇ ਕੋਲੇ ਹੋਰ ਕੋਈ ਚੀਜ਼ ਨਹੀਂ, ਸਾਡੇ ਕੋਲੇ ਸੋਨੇ ਦੀਆਂ ਖਾਣਾਂ ਨਹੀਂ, ਸਾਨੂੰ ਕੁਦਰਤ ਨੇ ਧਰਤੀ ਦਿੱਤੀ। ਹੁਣ ਇਸ ਧਰਤੀ ਚੋਂ ਪੈਦਾ ਹੋਣ ਵਾਲਾ ਅੰਨ ਆ ਜਿਹੜਾ, ਜੇ ਉਸ ਅੰਨ ਨੂੰ ਐਗਰੋ ਇੰਡਸਟਰੀ ਦੇ ਵਿੱਚ ਤਬਦੀਲ ਕਰਕੇ ਦੁਨੀਆ 'ਚ ਲੈ ਕੇ ਜਾਓ, ਤਾਂ ਤੁਸੀਂ ਦੇਖੋ ਡੈਨਮਾਰਕ ਵਰਗਾ ਮੁਲਕ ਆ ਜਿਹਦੀ ਇਕਨੋਮੀ ਸਿਰਫ ਦੁੱਧ ਤੇ ਚੱਲਦੀ ਹੈ, ਉਹਦੇ ਕਿਹੜਾ ਉੱਥੇ ਠੇਲੇ ਚੱਲਦੇ ਆ। ਤੇ ਜੇ ਉਹ ਦੁੱਧ ਉੱਤੇ ਪੂਰੇ ਦੇ ਪੂਰੇ ਯੂਰਪ ਦੇ ਉੱਤੇ ਰਾਜ ਕਰ ਸਕਦਾ, ਤਾਂ ਪੰਜਾਬ ਦੀ ਧਰਤੀ ਦੇ ਵਿੱਚੋਂ ਪੈਦਾ ਹੋਣ ਵਾਲਾ ਅੰਨ ਅਨਾਜ ਆ ਜਿਹੜਾ ਜਦੋਂ ਐਗਰੋ ਪ੍ਰੋਡਕਟ ਦੇ ਵਿੱਚ ਤਬਦੀਲ ਹੋਏਗਾ। ਉਹਦੇ ਲਈ ਮੈਂ ਉਦਾਹਰਨ ਦਿੰਦਾ, ਤੁਸੀਂ ਦੇਖੋ ਪੰਜਾਬ ਦਾ ਕਿਸਾਨ ਆਲੂ ਪੈਦਾ ਕਰਦਾ, ਤੁਸੀਂ ਕਿੰਨੇ ਰੁਪਏ ਕਿਲੋ ਉਹ ਖਰੀਦਦਾ? 1 ਰੁਪਈਆ ਕਿਲੋ, 5 ਰੁਪਏ ਦੇ ਪੰਸੇਰੀ, 10 ਰੁਪਏ ਦੇ 5 ਕਿਲੋ। ਹੁਣ ਜਦੋਂ ਉਹ ਚਿਪਸ 'ਚ ਤਬਦੀਲ ਹੋ ਜਾਂਦਾ, ਉਹ 10 ਗ੍ਰਾਮ 40 ਰੁਪਏ ਦਾ ਬਣਦਾ 20 ਗ੍ਰਾਮ। ਡਾਕਟਰ ਸਾਹਿਬ, ਜਿਹੜੀਆਂ ਇਹ ਆਪਾਂ ਬਹੁਤ ਅਗਲੇ ਮੁੱਦੇ ਤੇ ਆ ਗਏ, ਸਾਇਦ ਤੋਂ ਹਟ ਕੇ ਮਿੰਟ 'ਚ ਆਪਾਂ, ਮਤਲਬ ਮੈਂ ਸਮਝਦੀ ਕਿਉਂਕਿ ਮੈਂ ਆਪ ਇੰਡਸਟਰੀ 'ਚ ਰਹੀ ਹਾਂ, ਐਂਟਰਪ੍ਰੇਨਰ ਮੈਂ,
ਤਾਂ ਉਹਦੇ ਵਿੱਚ ਜਿਹੜੀ ਇੰਡਸਟਰੀ ਲੱਗਣੀ ਹੁੰਦੀ ਆ ਉਹਦੇ ਵਿੱਚ ਕਾਰਪੋਰੇਟ ਘਰਾਣੇ ਸਿੱਧੇ ਤੌਰ ਤੇ ਬੈਂਕਾਂ ਦੇ ਵਿੱਚ ਵੀ ਅਸਰ ਕਰਦੇ ਨੇ ਅਗਰ ਰੋਲ ਬਹੁਤ ਬੁਰੀ ਤਰ੍ਹਾਂ ਕਰਦੇ। ਤੁਸੀਂ ਆ ਪਿੱਛੇ ਤਰ੍ਹਾਂ ਦੇਖੋ ਕਿ ਕਿੰਨੇ ਪੈਸੇ ਲੈ ਕੇ ਭੱਜੇ ਆ। ਹਾਂਜੀ ਇੱਕ ਵੀ ਕਿਸਾਨ ਦਿਖਾਓ ਜਿਹਨੇ ਕਰਜ਼ਾ ਲੈ ਕੇ ਨਾ ਮੁੜਿਆ ਵਾ, ਉਹਨੇ ਸੁਸਾਈਡ ਤਾਂ ਕਰ ਲਿਆ। ਹਾਂਜੀ ਮੁਲਕ ਨਹੀਂ ਛੱਡ ਕੇ ਭੱਜਿਆ ਇੱਕ ਵੀ ਕਿਸਾਨ ਹਾਂਜੀ ਸਰਕਾਰ ਦਾ ਪੈਸਾ ਮਾਰ ਕੇ। ਜਿਹੜੀ ਗੱਲ ਤੁਸੀਂ ਕਹਿੰਦੇ ਵੀ ਕਾਰਪੋਰੇਟ ਘਰਾਣੇ, ਮੈਨੂੰ ਇਹ ਦੱਸਿਆ ਵੀ ਜਦੋਂ ਕਾਰਪੋਰੇਟ ਘਰਾਣੇ ਬੈਂਕਾਂ ਤੋਂ ਪੈਸਾ ਲੈਂਦੇ ਆ, ਕਰਜ਼ਾ ਦਿੱਤਾ ਜਾਂਦਾ, ਉਹ ਪੈਸਾ ਕਿਹਨਾਂ ਦਾ? ਸਰਕਾਰ ਦਾ ਪੈਸਾ ਨਹੀਂ, ਲੋਕਾਂ ਦਾ ਪੈਸਾ। ਕਿਉਂ ਨਹੀਂ ਸਰਕਾਰ ਐਗਰੋ ਇੰਡਸਟਰੀ ਲਾਉਣ ਲਈ ਆਪ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੀ? ਕਾਰਪੋਰੇਟਰ ਨੂੰ ਕਿਉਂ ਵੇਚ ਰਹੀ ਆ? ਆਪ ਇਨੀਸ਼ੀਏਟਿਵ ਲਵੇ, ਨਾਲੇ ਤਾਂ ਐਗਰੋ ਪ੍ਰੋਡਕਟ ਦੇ ਰਾਹੀਂ ਬਿਜ਼ਨਸ ਵਧੇਗਾ, ਐਗਰੋ ਇੰਡਸਟਰੀ ਦੇ ਰਾਹੀਂ ਉੱਥੇ ਦੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਅਸੀਂ ਤਾਂ ਰੁਜ਼ਗਾਰ ਲੈਸ ਸਾਡਾ ਇੰਡਸਟਰੀ ਆ, ਉਹਨਾਂ ਵਾਲੀ ਜਿਹੜੀ ਕਾਰਪੋਰੇਟ ਪੈਦਾ ਕਰ ਰਹੇ ਆ, ਉਹ ਤਾਂ ਉੱਥੇ ਬੈਠੇ ਹੀ ਸਾਰਾ ਕੁਝ ਟੈਕਨੋਲੋਜੀ ਦੇ ਨਾਲ ਕਰੀ ਜਾ ਰਿਹਾ, ਬੰਦਾ ਬਾਹਰ ਹੋਈ ਤੁਰਿਆ ਜਾ ਰਿਹਾ। ਐਗਰੋ ਇੰਡਸਟਰੀ ਪੈਦਾ ਕਰੋਗੇ, ਰੁਜ਼ਗਾਰ ਪੈਦਾ ਹੋਗਾ, ਐਗਰੋ ਟੈਕਨੀਕਸ ਆਉਣਗੀਆਂ, ਐਗਰੋ ਇੰਜੀਨੀਅਰਿੰਗ ਆਏਗੀ। ਪੰਜਾਬ ਐਗਰੀਕਲਚਰ ਖੇਤੀਬਾੜੀ ਯੂਨੀਵਰਸਿਟੀ ਮੈਡਮ ਜੀ ਜਿਹੜੀ ਬਣੀ ਸੀ, ਉਸ ਯੂਨੀਵਰਸਿਟੀ ਦਾ ਜਿੰਨਾ ਪੰਜਾਬ ਨੂੰ ਲਾਹਾ ਦੇਣਾ ਚਾਹੀਦਾ ਸੀ ਉਹ ਲਿਆ ਹੀ ਨਹੀਂ ਗਾ ਪੰਜਾਬ। ਚਾਹੇ ਐਗਰੀਕਲਚਰ ਨਾਲ ਜੁੜੇ ਸੰਦ ਸਾਧ ਹੋਣ, ਐਗਰੋ ਪ੍ਰੋਡਕਟ ਨਾਲ ਜੁੜੇ ਹੋਣ, ਐਗਰੋ ਇੰਡਸਟਰੀ ਨਾਲ ਜੁੜੇ ਹੋਣ, ਪੰਜਾਬ ਤਾਂ ਮੈਂ ਲਿਖ ਕੇ ਦਿੰਦਾ ਕਿ ਪੰਜਾਬ ਦੇ ਲਈ ਤਾਂ ਇੱਥੇ ਦੇ ਰਾਜਨੀਤਿਕਾਂ ਕੋਲੇ ਸੁਪਨਾ ਹੀ ਨਹੀਂ ਹੈ। ਪੰਜਾਬ ਤਾਂ ਕੈਲੀਫੋਰਨੀਆ ਕੀ ਉਸ ਤੋਂ ਵੀ ਅੱਗੇ ਨਿਕਲ ਸਕਦਾ ਡਾਕਟਰ ਸਾਹਿਬ। ਪਰ ਇਸੇ ਕਰਕੇ ਸਾਡੇ ਵਰਗੇ ਲੋਕਾਂ ਨੂੰ ਇੱਥੇ ਤੱਕ ਮੈਨੂੰ ਘਟਾਉਣਾ ਪੈ ਗਿਆ ਕਿ ਮੈਂ ਤੇ ਇਹ ਸਮਝਦੀ ਹਾਂ ਵੀ ਸਾਨੂੰ ਇਹਨਾਂ ਦੀ ਹੱਲ ਡਿਸਕਸ਼ਨ ਤਾਂ ਆਪਾਂ ਕਰਦੇ। ਮੈਨੂੰ ਪਤਾ ਕਿ ਮੈਂ ਤੁਹਾਨੂੰ ਬਹੁਤ ਔਖਾ ਸਵਾਲ ਪੁੱਛ ਰਹੀ ਹਾਂ ਕਿ ਤੁਹਾਡੇ ਇਕੱਲਿਆਂ ਕੋਲ ਹੱਲ ਨਹੀਂ, ਮੈਂ ਵੀ ਸਮਝਦੀ ਹਾਂ ਨਾ ਤੁਸੀਂ ਨਹੀਂ ਹੱਲ ਮੈਂ ਤਾਂ ਦੇ ਰਿਹਾ। ਮੇਰਾ ਅਲਟਰਨੇਟਿਵ ਆ ਵੀ ਇਹਨਾਂ ਚੀਜ਼ਾਂ ਤੋਂ ਇਸ ਸੰਕਟ ਤੋਂ ਬਾਹਰ ਨਿਕਲਿਆ ਜਾ ਸਕਦਾ। ਇਹਦੇ ਵਿੱਚ ਕੇਂਦਰ ਸਰਕਾਰ ਦਾ ਰੋਲ ਹੈ ਕਿ ਰਾਜ ਸਰਕਾਰ ਦਾ? ਦੋਨਾਂ ਦਾ। ਰਾਜ ਸਰਕਾਰ ਇਹ ਆਪਣੀ ਜਿਹੜੀ ਅੱਜ ਗੱਲਬਾਤ ਹੈ ਇਹ ਬਹੁਤ ਮਤਲਬ ਆਪਾਂ ਅਗਲੀ ਗੱਲ ਕਰ ਲਈਏ ਕਿ ਬਹੁਤ ਸਾਰੇ ਯੂਨਿਟ ਲੱਗਦੇ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਤੁਹਾਨੂੰ ਬੱਚਿਆਂ ਨੂੰ, ਨੌਜਵਾਨ ਮੁੰਡਿਆਂ ਨੂੰ ਤਿਆਰ ਕਰਦੀਆਂ ਨੇ ਕਿ ਤੁਸੀਂ ਇੱਦਾਂ ਕਰੋ, ਬੈਂਕ ਤੋਂ ਲੋਨ ਲਓ। ਔਰ ਮੇਰੀ ਇਹ ਪਰਸਨਲ ਸ਼ਿਕਾਇਤ ਹੈ ਕਿ ਉਸ ਤੋਂ ਬਾਅਦ ਉਹ ਛੱਡ ਦਿੰਦੇ। ਇਹ ਬੜਾ ਵੱਡਾ ਮਸਲਾ ਹੈ ਡਾਕਟਰ ਸਾਹਿਬ ਇੰਡਸਟਰੀ ਦੇ ਗਰੋ ਹੋਣ ਦਾ। ਉਹਦਾ ਕਾਰਨ ਹੈ ਹਾਂਜੀ, ਉਹਦਾ ਕਾਰਨ ਇਹ ਹੈ ਕਿ ਪੰਜਾਬੀ ਦੀ ਕਹਾਵਤ ਆ ਕਿ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ। ਜਦੋਂ ਇੱਕ ਪਾਸੇ ਮਾਲ ਹੋਏਗਾ ਤਾਂ ਦੂਜੇ ਪਾਸੇ ਛੋਟੀ ਜੀ ਦੁਕਾਨ ਹੋਏਗੀ, ਉਹ ਫੜ ਨਹੀਂ ਸਕਦੀ। ਸਵਾਲ ਤਾਂ ਉਹਨਾਂ 'ਚ ਸਿਮਿਲਰਿਟੀ ਪੈਦਾ ਕਰਨ ਦਾ। ਜੇ ਤੁਸੀਂ ਉਸ ਨੂੰ ਕਿਸੇ ਕੰਮ ਦੇ ਲਈ ਕਰਜ਼ਾ ਦਿੱਤਾ ਕਿ ਉਹ ਆਪਣਾ ਕੰਮ ਸ਼ੁਰੂ ਕਰੇ, ਉਹ ਕਰਜ਼ਾ ਦੇਣ ਤੋਂ ਬਾਅਦ ਉਹ ਜੋ ਕੁਝ ਪ੍ਰੋਡਿਊਸ ਕਰਦਾ ਉਹਨੂੰ ਉਹਦੀ ਸ਼ੋਰਟੀ ਕਰੋ ਕਿ ਇਹ ਚੀਜ਼ ਸਰਕਾਰ ਖਰੀਦ ਕੇ ਵੇਚੇਗੀ। ਜਿਵੇਂ ਕਿਸਾਨ MSP ਲਈ ਲੜਦਾ, ਇੱਕ ਮੈਂ ਪਿੱਛੇ IPL ਦੀ ਚੋਣ ਵਿਕਰੀ ਹੋਈ ਖਿਡਾਰੀਆਂ ਦੀ, ਮੈਂ ਤਾਂ ਵਿਕਰੀ ਉਹ ਕਹਿਣਾ। ਸਚਿਨ ਤੰਦੂਲਕਰ ਦੇ ਮੁੰਡੇ ਨੂੰ ਕਿਸੇ ਨੇ ਨਹੀਂ ਖਰੀਦਿਆ, ਉਹਦੀ ਬੇਸ ਪ੍ਰਾਈਸ 20 ਲੱਖ ਸਮਥਿੰਗ ਸੀਗੀ। ਆਖਰ 'ਚ ਇੱਕ ਟੀਮ ਉਹਨੂੰ ਬੇਸ ਪ੍ਰਾਈਸ 'ਚ ਖਰੀਦ ਕੇ ਲੈ ਗਈ। ਕਿਸਾਨ ਇਹ ਸਮਝਾ ਰਿਹਾ ਵੀ ਇਹ ਆ ਬੇਸ ਪ੍ਰਾਈਸ, ਇਹ ਆ MSP, ਇਹ ਸਮਝਾ ਰਿਹਾ ਹਾਂ ਵੀ ਘੱਟੋ ਘੱਟ ਇੰਨਾ ਤਾਂ ਦੇਣਾ ਪਊ ਤੁਹਾਨੂੰ ਜੇ ਬੰਦੇ ਨੂੰ ਖਰੀਦਣਾ। ਇਸੇ ਤਰ੍ਹਾਂ ਜਦੋਂ ਤੁਸੀਂ ਕਰਜ਼ੇ ਦਿੰਦੇ ਹੋ, ਸਰਕਾਰੀ ਪੈਸਾ ਲੱਗਦਾ ਉੱਥੇ, ਉਸ ਬੰਦੇ ਤੋਂ ਇਹ ਵੀ ਇਨਸ਼ੋਰ ਕਰੋ ਵੀ ਜੇ ਤੂੰ ਮੱਛੀਆਂ ਦਾ ਫਾਰਮ ਬਣਾਇਆ ਨਾ, ਜਿੰਨੇ ਸਰਕਾਰ ਦੇ ਰੈਸਟੋਰੈਂਟ ਆ ਤੇਰੀ ਮੱਛੀ ਉੱਥੇ ਜਾਏਗੀ, ਪ੍ਰਾਈਵੇਟ ਥਾਂ ਤੋਂ ਨਹੀਂ ਆਏਗੀ। ਕਿਵੇਂ ਨਹੀਂ ਉਹ ਗਰੋ ਕਰੇਗਾ ਜੀ? ਮੱਛੀ ਪਾਲਣ ਲਈ ਪੈਸੇ ਦੇ ਦਿਓ, ਉਸ ਤੋਂ ਬਾਅਦ ਕਹਿੰਦਾ ਤੂੰ ਇਹ ਸਿਰ ਤੇ ਟੋਕਰੀ ਰੱਖ ਕੇ ਵੇਚਣ ਜਾ। ਇਹ ਨਹੀਂ ਵਿਕਣੀ, ਇਹ ਨਹੀਂ ਵਿਕਣੀ। ਜੇ ਤੁਸੀਂ ਮੱਛੀ ਦੇ ਵੱਡੇ ਸਪਲਾਇਰ ਕੋਲੋਂ ਖਰੀਦਣੀ ਆ, ਉਹਨੂੰ ਪੈਸੇ ਦੇ ਕੇ ਕਿਵੇਂ ਤੁਸੀਂ ਜਿਉਂਦਾ ਰੱਖ ਲਓਗੇ? ਇਹ ਆ ਉਹਦਾ ਹੱਲ। ਮੈਂ ਤੁਹਾਨੂੰ ਤੁਹਾਡੀ ਕਿਤਾਬ ਤੋਂ ਕੋਟ ਕਰਦੀ ਇੱਕ ਲਾਈਨ ਸਫਾ 72 ਦੇ ਉੱਤੇ ਕਿ ਪ੍ਰਤੀਵਾਦੀ ਲੇਖਕ ਸੰਘ ਦੇ ਉਦੇਸ਼ਾਂ ਵਿੱਚ ਭਾਰਤੀ ਕਿਰਤੀ ਕਿਸਾਨੀ ਦੇ ਉਜਲੇ ਭਵਿੱਖ ਅਤੇ ਕਲਿਆਣ ਦਾ ਸੰਕਲਪ ਪ੍ਰਮੁੱਖ ਰੂਪ ਵਿੱਚ ਜੀ। ਇਹ ਕਿਤਾਬ ਤੁਹਾਡੀ ਕਿਸਾਨੀ ਤੋਂ ਪਹਿਲਾਂ ਦੀ ਛਪੀ ਹੋਈ ਹੈ ਮੇਰਾ ਖਿਆਲ, ਰਾਮ ਸਿੰਘ ਤੁਸੀਂ ਸੁਣਦੇ ਸ਼ਾਇਦ। ਹਾਂਜੀ। ਸੋ ਇਹ ਦੇਖੋ ਤੁਸੀਂ, ਮੈਂ ਸਮਝਦੀ ਕਿਉਂਕਿ ਉੱਥੇ ਚੱਲਦਾ ਸਾਰਾ ਉਹ ਮਤਲਬ ਇੱਕ ਧਿਰ ਜਿਹੜੀ ਉਹ ਸਮਝਦੀ ਹੈ ਕਿ ਅਸੀਂ ਹੀ ਉਹ ਹੈਗੇ ਤੇ ਦੂਜੇ ਨਹੀਂ ਸਕਦੇ। ਅੱਛਾ ਕਿ ਮੈਂ ਸਮਝਦੀ ਕਿ ਤੁਸੀਂ ਲੇਖਕ ਹੋਣ ਦੇ ਨਾਤੇ ਤੁਹਾਡੇ ਸਾਰਿਆਂ ਦਾ ਇਹ ਫਰਜ਼ ਵੀ ਬਣਦਾ ਤੇ ਤੁਸੀਂ ਹੋਰ ਅੱਗੇ ਚਰਚਾ ਨੂੰ ਵਧਾ ਕੇ ਸਰਕਾਰ ਤੇ ਪ੍ਰੈਸ਼ਰ, ਮੇਰਾ ਚੈਨਲ ਚਲਾਉਣ ਦਾ ਕੀ ਮਕਸਦ ਇਹ ਹੈ ਇਨਫੈਕਟ। ਉਹਦੇ 'ਚ ਤਾਂ ਮੈਂ ਤੁਹਾਡੇ 2 ਸਵਾਲ ਆ ਮੈਡਮ, ਮੈਂ ਉਹਨਾਂ ਦੇ ਜਵਾਬ ਦੇਣੇ। ਤਾਂ ਜਿਹੜੀ ਇਹ ਗੱਲ ਕੀਤੀ ਆ
ਇਹ ਗੱਲ 1936 ਦੇ ਵਿੱਚ ਬਣਨ ਵਾਲੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੈਨੀਫੈਸਟੋ ਦੇ ਵਿੱਚੋਂ। ਹਾਂਜੀ ਹਾਂਜੀ। ਉਹਨਾਂ ਨੇ ਜਿਹੜਾ ਮੈਨੀਫੈਸਟੋ ਸੀ ਕਿ ਲੇਖਕ ਇਸ ਕਿਸਮ ਦੀਆਂ ਲਿਖਤਾਂ ਲਿਖਣ ਤੇ ਲੇਖਕ ਆ ਜਿਹੜਾ ਇਸ ਕਿਸਮ ਦੀ ਸਮਾਜ ਵਿੱਚ ਭੂਮਿਕਾ ਨਿਭਾਵੇ, ਤੇ ਉਹਦਾ ਇੱਕ ਮੈਨੀਫੈਸਟੋ ਦਾ ਨੁਕਤਾ ਇਹ ਸੀ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕ ਤੇ ਹਿੱਤ ਦੇ ਵਿੱਚ ਲਿਖਣਾ ਤੇ ਉਹਨਾਂ ਨੂੰ ਸੁਚੇਤ ਕਰਨਾ। ਇਹ 1936 ਦਾ ਮਸਲਾ। ਇਹਨੂੰ ਅੱਜ ਦੇ ਮਸਲੇ ਨਾਲ ਜੋੜ ਲਓ, ਅੱਜ ਦਾ ਹੋਰ ਵੀ ਗੰਭੀਰ ਬਣ ਜੁੜਿਆ ਜਾ ਸਕਦਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਅਸੀਂ ਇਹ ਪੰਜਾਬ ਦੇ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਵਿੱਚ ਵੀ ਇਹ ਕੰਮ ਕਰਦੇ ਹਾਂ, ਤੇ ਚੰਡੀਗੜ੍ਹ ਦਾ ਜਿਹੜਾ ਪ੍ਰਗਤੀਸ਼ੀਲ ਲੇਖਕ ਸੰਘ ਦਾ ਯੂਨਿਟ ਆ, ਮੈਂ ਉਹਦਾ ਪ੍ਰਧਾਨ ਵੀ ਹਾਂ। ਔਰ ਲਗਾਤਾਰ ਅਸੀਂ ਸੋਸ਼ਲ ਮਸਲਿਆਂ ਦੇ ਉੱਤੇ ਐਕਸ਼ਨ ਕਰਦੇ ਹਾਂ। ਅਸੀਂ ਐਕਟਿਵਿਸਟ ਵੀ ਉਨੇ ਹੀ ਆ ਜਿੰਨੇ ਅਸੀਂ ਲੇਖਕ। ਕਿਸਾਨੀ ਦੇ ਮਸਲੇ ਦੇ ਉੱਤੇ ਮੈਂ ਸਾਰੇ ਪੰਜਾਬ ਦੇ ਵਿੱਚ ਆਪ ਜਾ ਕੇ ਡਗਰੂ ਤੱਕ ਉੱਥੇ ਮੈਂ ਆਪ ਬੋਲ ਕੇ ਆਇਆ ਉਹਨਾਂ ਦੇ ਧਰਨਿਆਂ 'ਚੋਂ। ਫਿਰ ਅਸੀਂ ਲੱਖਾਂ ਰੁਪਏ ਦੇ ਵਿੱਚ ਇਕੱਠੇ ਕਰਕੇ ਸਿੰਘੂ ਤੇ ਟਿਕਰੀ ਬਾਰਡਰ ਦੇ ਉੱਤੇ ਭੇਜੇ। ਲੱਖਾਂ ਰੁਪਏ ਇਕੱਠਾ ਕੀਤਾ ਸੀ, 5.5 ਲੱਖ ਤੋਂ ਵੱਧ। 1 ਔਰ 2 ਤਰੀਕ ਨੂੰ ਪ੍ਰਗਤੀਸ਼ੀਲ ਲੇਖਕ ਸੰਘ ਦਾ ਜਿਹੜਾ ਯੂਨਿਟ ਆ ਉਹ ਉੱਥੇ ਬੈਠੀਆਂ ਭੈਣਾਂ ਬੀਬੀਆਂ ਲਈ ਗਰਮ ਕੱਪੜੇ ਦੇ ਕੇ ਆਏ। ਲਗਾਤਾਰ ਅਸੀਂ ਬਿਲਕੁਲ ਹਾਂਜੀ। ਉਹਨਾਂ ਨੇ ਕਿਹਾ ਜੀ ਸਾਨੂੰ ਕੰਪਿਊਟਰ ਦੀ ਲੋੜ ਆ, ਉਹਦੇ ਲਈ ਅਸੀਂ ਫੰਡ ਇਕੱਠਾ ਕਰਕੇ ਦਿੱਤਾ। ਜਿਹੜਾ ਟਰਾਲੀ ਟਾਈਮ ਕੱਢਿਆ ਗਿਆ ਉੱਥੇ, ਉਹਦੇ ਲਈ 25,000 ਰੁਪਇਆ ਪ੍ਰਗਤੀਸ਼ੀਲ ਲੇਖਕ ਸੰਘ ਨੇ ਦਿੱਤਾ। ਲਗਾਤਾਰ ਮਤਲਬ ਜਦੋਂ ਉੱਥੇ ਜਾਣਾ ਸੀ ਤਾਂ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਅਸੀਂ ਉੱਥੋਂ ਕਈ ਕੁਆਂਟਲ ਚੀਨੀ, ਕਈ ਕੁਆਂਟਲ ਚਾਹ ਪੱਤੀ, ਕਈ ਕੁਆਂਟਲ ਹੋਰ ਚੀਜ਼ਾਂ ਜਿਹੜੀਆਂ ਅਸੀਂ ਰਾਸ਼ਨ ਦੇ ਰੂਪ 'ਚ ਇਕੱਠੀਆਂ ਕਰਕੇ ਦਿੱਤੀਆਂ। ਸੋ ਅਸੀਂ ਲਗਾਤਾਰ, ਜਿਵੇਂ ਤੁਸੀਂ ਕਹਿੰਦੇ ਨਾ ਵੀ ਸਮਾਜ 'ਚ ਵੀ ਕੰਮ ਕਰਦੇ ਹੋ। ਪ੍ਰਗਤੀਸ਼ੀਲ ਲੇਖਕ ਸੰਘ ਦਾ ਹਰ ਕਾਰਕੁਨ, ਹਰ ਲੇਖਕ ਆ ਜਿਹੜਾ ਉਹ ਸੋਸ਼ਲ ਐਕਟਿਵਿਸਟ ਆ। ਇਸ ਤੋਂ ਪਹਿਲਾਂ ਜਦੋਂ ਕਰੋਨਾ ਦੀ ਭਿਆਨਕ ਬਿਮਾਰੀ ਫੈਲੀ ਤਾਂ ਚੰਡੀਗੜ੍ਹ ਦੇ ਉਸ ਏਰੀਏ ਦੇ ਵਿੱਚ ਜਿੱਥੇ ਤੱਕ ਕੋਈ ਨਹੀਂ ਸੀ ਜਾ ਸਕਦਾ, ਉੱਥੇ ਤੱਕ ਪ੍ਰਗਤੀਸ਼ੀਲ ਲੇਖਕ ਸੰਘ ਦੇ ਲੋਕ ਰਾਸ਼ਨ ਵੰਡਣ ਗਏ। ਔਰ ਸਰਕਾਰ 50,000 ਰੁਪਇਆ ਅਸੀਂ ਮੋਹਾਲੀ DC ਸਾਹਿਬ ਨੂੰ ਉਹਨਾਂ ਗਰੀਬਾਂ ਨੂੰ ਦਵਾਈਆਂ ਦੇਣ ਲਈ ਦਿੱਤਾ। ਸੋ ਲੇਖਕ ਸੰਘ ਜਿੰਨਾ ਕਰ ਸਕਦਾ ਉਹ ਲਗਾਤਾਰ ਇਹਨਾਂ ਸਮਾਜਿਕ ਕੰਮਾਂ 'ਚ ਉਸੇ ਰੂਪ 'ਚ ਕਰ ਰਿਹਾ। ਅਸੀਂ ਮਹਿਜ਼ ਕਵਿਤਾ, ਕਹਾਣੀ, ਨਾਵਲ, ਨਾਟਕ ਤੇ ਆਲੋਚਨਾ ਲਿਖ ਕੇ, ਕਿਤਾਬ ਛਾਪ ਕੇ ਖੁਸ਼ ਹੋਣ ਵਾਲੇ ਉਹਨਾਂ ਲੇਖਕਾਂ 'ਚੋਂ ਨਹੀਂ ਆ। ਅਸੀਂ ਜੋ ਲਿਖਤਾ ਸਾਡੀ, ਅਸੀਂ ਪ੍ਰੈਕਟੀਕਲੀ ਵੀ ਉਹ ਕਰਨਾ। ਬਿਲਕੁਲ। ਇਸੇ ਕਰਕੇ ਡਾਕਟਰ ਸਾਹਿਬ ਮੈਂ ਤੁਹਾਨੂੰ ਅਪਰੋਚ ਕੀਤੀ ਹੈ। ਤੇ ਹੁਣ ਆਪਾਂ ਮੇਰਾ ਖਿਆਲ ਆਪਾਂ ਤੁਹਾਡੇ ਉਸੇ ਸਾਥ ਦੇ ਵਿੱਚ ਤੇ ਤੁਹਾਡਾ ਜਿਹੜਾ ਮੇਨ ਹੈਗਾ ਖੇਤਰ ਆਲੋਚਨਾ ਦਾ, ਤੁਸੀਂ ਮੇਨ ਤੌਰ ਤੇ ਕਵਿਤਾ ਦੇ ਆਲੋਚਕ ਹੋ ਕਿ ਸਮੁੱਚੀ ਵਾਰਤਕ ਦੇ ਵੀ ਆਲੋਚਕ ਹੋ? ਮੈਂ ਨਹੀਂ ਜੀ, ਗੱਲ ਇਹ ਆ, ਮੈਂ ਬੇਸਿਕਲੀ ਤਾਂ ਮੈਟਾ ਕ੍ਰਿਟਿਸਿਜ਼ਮ ਦਾ ਬੰਦਾ ਸੀ ਤੇ ਕਵਿਤਾ ਦੇ ਖੇਤਰ ਦਾ, ਕਵਿਤਾ 'ਚ ਮੈਂ ਬਹੁਤਾ ਕੰਮ ਕੀਤਾ। ਪਰ ਪੰਜਾਬੀ ਦੀ ਪੰਜਾਬੀ ਦੀ ਬਦਕਿਸਮਤੀ ਕਹਿ ਲਓ ਕਿ ਜਿਹੜਾ ਕੋਈ ਮਾੜਾ ਮੋਟਾ ਲਿਖਣ ਪੜ੍ਹਨ ਵਾਲਾ ਹੁੰਦਾ ਉਹਦੇ ਤੇ ਫਿਰ ਪ੍ਰੈਸ਼ਰ ਹਰ ਤਰ੍ਹਾਂ ਦਾ ਪੈ ਜਾਂਦਾ ਵੀ ਨਾਵਲ ਤੇ ਵੀ ਲਿਖੋ ਜੀ, ਕਹਾਣੀ ਤੇ ਵੀ ਲਿਖੋ, ਨਾਟਕ ਤੇ ਵੀ ਲਿਖੋ। ਉਹ ਕਈ ਵਾਰ ਮਜਬੂਰੀ ਬਸ ਲਿਖਣਾ ਪੈਂਦਾ, ਕਿਉਂਕਿ ਸਾਡੀ ਇੱਕ ਤਾਂ ਜ਼ੁਬਾਨ ਦਾ ਦਾਇਰਾ ਬਹੁਤ ਛੋਟਾ ਵਾ ਤੇ ਲੇਖਕਾਂ ਦੇ ਨਾਲ ਜਿਹੜੇ ਆਪਣੇ ਸੰਬੰਧ ਆ ਉਹ ਇੱਕ ਤਰ੍ਹਾਂ ਨਾਲ ਭਾਈਚਾਰਕ ਹੀ ਆ। ਅੰਗਰੇਜ਼ੀ ਵਰਗੀ ਤਾਂ ਹੈ ਨਹੀਂ ਗਾ ਕੋਈ ਅਮਰੀਕਾ 'ਚ ਬੈਠਾ ਬੰਦਾ, ਇੱਕ ਇੰਗਲੈਂਡ 'ਚ ਬੈਠਾ, ਕੋਈ ਸਵਿਟਜ਼ਰਲੈਂਡ 'ਚ ਬੈਠਾ। ਆਪਣਾ ਇੱਕ ਸੀਮਤ ਦਾਇਰਾ। ਆਪਣੇ ਤਾਂ ਬਾਹਰਲੇ ਬੈਠੇ ਬੰਦੇ ਵੀ ਪੰਜਾਬ ਦੇ ਲੋਕਾਂ ਨਾਲ ਉਨੇ ਹੀ ਇਨ ਟੱਚ ਆ ਜਿੰਨੇ ਬਾਹਰਲਿਆਂ ਦੇ ਨਾਲ। ਇਸ ਕਰਕੇ ਕੰਮ ਤਾਂ ਦੂਜੇ ਪਾਸੇ ਵੀ ਕੀਤਾ, ਪਰ ਬੁਨਿਆਦੀ ਤੌਰ ਤੇ ਮੈਂ ਕਵਿਤਾ ਦੇ ਵਿੱਚ ਹੀ ਬਹੁਤਾ ਕੰਮ ਕੀਤਾ। ਤੇ ਆਲੋਚਨਾ ਦੀ ਸਾਰਥਕਤਾ ਕਿੰਨੀ ਹੈ? ਬਹੁਤ ਸਾਰਥਕਤਾ, ਜੇ ਆਲੋਚਨਾ ਨੂੰ ਆਲੋਚਨਾ ਦੇ ਰੂਪ 'ਚ ਸਮਝਿਆ ਤੇ ਸਵੀਕਾਰ ਕੀਤਾ ਜਾਵੇ। ਕਿਉਂਕਿ ਬਹੁਤ ਵਾਰ ਕਵਿਤਾ ਜਿਹੜੀ ਆ ਉਹ ਸਧਾਰਨ ਮਨੁੱਖ ਨੂੰ, ਆਮ ਬੰਦੇ ਨੂੰ ਨਹੀਂ ਸਮਝ ਲੱਗਦੀ। ਹਾਲਾਂਕਿ ਹੁੰਦੀ ਉਹ ਉਸੇ ਭਾਸ਼ਾ 'ਚ ਆ। ਉਹ ਕਿਉਂ ਨਹੀਂ ਲੱਗਦੀ? ਉਹ ਇਸ ਕਰਕੇ ਨਹੀਂ ਲੱਗਦੀ ਕਿ ਸਧਾਰਨ ਪਾਠਕ ਕਵੀ ਦੇ ਮਨ ਦੀਆਂ ਕਵਿਤਾ ਦੀਆਂ ਉਹ ਗੁੰਝਲਾਂ ਨਹੀਂ ਉਸ ਰੂਪ 'ਚ ਖੋਲ ਸਕਦਾ ਜਿਸ ਰੂਪ 'ਚ ਆਲੋਚਕ ਖੋਲ ਲੈਂਦਾ। ਜਦੋਂ ਉਹਨਾਂ ਦੀਆਂ ਗੁੰਝਲਾਂ ਖੋਲ ਕੇ ਆਮ ਭਾਸ਼ਾ ਦੇ ਵਿੱਚੋਂ ਸਾਹਮਣੇ ਰੱਖਦਾ ਤਾਂ ਆਲੋਚਨਾ ਦੀ ਸਾਰਥਕਤਾ ਸਭ ਤੋਂ ਵੱਡੀ ਬਣ ਜਾਂਦੀ ਆ ਕਿ ਆਲੋਚਕ ਆ ਜਿਹੜਾ ਉਹ ਪਾਠਕ ਤੇ ਕਵਿਤਾ ਦੇ ਵਿਚਕਾਰ ਇੱਕ ਪੁਲ ਬਣ ਜਾਂਦਾ। ਮੈਂ ਤੁਹਾਡੀ ਕਿਤਾਬਾਂ ਪੜ੍ਹੀਆਂ ਨੇ ਤੇ ਪੜ੍ਹਦੀਆਂ ਲਗਾਤਾਰ ਮੈਂ ਪੜ੍ਹ ਰਹੀ ਹਾਂ
ਕਿਉਂਕਿ ਮੈਂ ਵੀ ਥੋੜਾ ਬਹੁਤ ਉੱਧਰ ਮੇਰਾ ਇੰਟਰਸਟ ਹੈ। ਚਲੋ ਉਹ ਮੈਂ ਆਪਣੇ ਲੈਵਲ ਤੱਕ ਮੈਂ ਇੱਕ ਤਰ੍ਹਾਂ ਦਾ ਵਿਸ਼ਲੇਸ਼ਣ ਜਿਹਾ ਕਰਦੀ ਹਾਂ। ਨਹੀਂ ਤੁਹਾਡਾ ਤਾਂ ਪਰਿਵਾਰਕ ਹੀ ਹੈ, ਕਿਉਂਕਿ ਤੁਸੀਂ ਡਾਕਟਰ ਆਤਮ ਹਮਰਾਹੀ ਦੇ ਸੁਪੁੱਤਰੀ ਹੋ। ਹਾਂਜੀ ਤੇ ਡਾਕਟਰ ਆਤਮ ਹਮਰਾਹੀ ਪੰਜਾਬੀ ਦੇ ਵਿੱਚ ਹਾਂਜੀ ਇੱਕ ਸਥਾਪਤ ਹਾਂਜੀ ਸ਼੍ਰੋਮਣੀ ਹਾਂਜੀ ਕਵੀ ਰਹੇ ਆ। ਹਾਂਜੀ ਤੇ ਮੈਨੂੰ ਤਾਂ ਮਾਣ ਆ ਕਿ ਮੈਂ ਉਹਨਾਂ ਕੋਲੋਂ ਪੜ੍ਹਿਆ। ਮੈਂ ਉਹਨਾਂ ਦਾ ਐਮਏ ਦਾ ਵਿਦਿਆਰਥੀ ਰਿਹਾ ਗਵਰਨਮੈਂਟ ਕਾਲਜ ਲੁਧਿਆਣੇ ਦੇ ਮੈਨੂੰ ਵੀ ਵਿੱਚ। ਬਹੁਤ ਮਾਣ ਹੈ ਇਸ ਗੱਲ ਸੋ ਦਾ। ਇਸ ਕਰਕੇ ਤੁਹਾਡਾ ਸਾਹਿਤ ਦੇ ਨਾਲ ਤਾਂ ਲੋਕਾਂ ਦਾ ਤਾਂ ਹੋਰ ਤਰ੍ਹਾਂ ਦਾ ਰਿਸ਼ਤਾ ਹੁੰਦਾ, ਤੁਹਾਡਾ ਤਾਂ ਜੱਦੀ ਪੁਸ਼ਤੀ ਰਹੇ ਰਿਸ਼ਤਾ। ਹਾਂ ਡਾਕਟਰ ਸਾਹਿਬ, ਤੁਹਾਡੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਆਲੋਚਕ ਜੇ ਨਾ ਹੁੰਦੇ ਤਾਂ ਤੁਸੀਂ ਫਿਰ ਲੇਖਕ ਦੇ ਤੌਰ ਤੇ ਵੀ ਕੁਛ ਲਿਖਿਆ, ਤੇ ਕਿਉਂਕਿ ਤੁਹਾਡੀ ਕਵਿਤਾ ਤਾਂ ਮੇਰੇ ਕੋਲ ਹੈ ਹੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਸੀ। ਨਹੀਂ ਲੋਕਾਂ ਨੂੰ ਪਤਾ ਨਹੀਂ ਹੈ। ਹਾਂਜੀ ਹਾਂਜੀ ਇਹ ਹੁਣ ਤੁਸੀਂ ਪੁੱਛਿਆ, ਹੁਣ ਮੈਂ ਤੁਹਾਨੂੰ ਦੱਸ ਹੀ ਦੇਣਾ। ਹਾਂਜੀ ਉਹ ਇਹ ਆ ਜੀ ਕਿ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ ਤੇ ਮੈਂ ਗਾਣੇ ਲਿਖਦਾ ਸੀ। ਅੱਛਾ ਔਰ ਗਾਣੇ ਲਿਖਦਾ ਸੀ ਜਿਹੇ ਜੇ ਸਟੇਜਾਂ ਤੇ ਗਾਉਣ ਵਾਲੇ ਆ। ਅੱਛਾ ਜੀ ਸੋ ਤੁਕਬੰਦੀ ਦੀ ਆਦਤ ਤਾਂ ਉਦੋਂ ਹੀ ਸੀਗੀ। ਤੇ ਫਿਰ ਜਦੋਂ ਮੈਂ BA 'ਚ ਆਇਆ ਤੇ ਮੈਚਿਓਰ ਹੋਇਆ, ਮੈਂ ਸਟੂਡੈਂਟ ਮੂਵਮੈਂਟ ਨਾਲ ਜੁੜਿਆ ਹੋਇਆ ਸੀ। ਆਲ ਇੰਡੀਆ ਸਟੂਡੈਂਟ ਫੈਡਰੇਸ਼ਨ 'ਚ ਮੈਂ ਬਹੁਤ ਕੰਮ ਕੀਤਾ ਪਹਿਲਾਂ। ਤੇ ਉਦੋਂ ਫਿਰ ਮੈਨੂੰ ਚੇਤਨ ਇੰਨੇ ਹੋਏ ਵੀ ਨਹੀਂ ਵੀ ਇਹ ਵਾਲੀ ਕਵਿਤਾ ਨਹੀਂ ਹੁੰਦੀ, ਕਵਿਤਾ ਤਾਂ ਉਹ ਹੁੰਦੀ ਆ। ਤੇ ਮੈਂ BA 1 'ਚ ਪੜ੍ਹਦਾ ਸੀ ਜਦੋਂ ਮੇਰੀ ਪਹਿਲੀ ਕਵਿਤਾ RC ਦੇ ਵਿੱਚ ਛਪੀ 1982 'ਚ। BA 1 'ਚ ਪੜ੍ਹਦਾ ਸੀ। ਉਸ ਦੌਰ ਦੇ ਵਿੱਚ ਪ੍ਰੀਤ ਲੜੀ, RC, ਲੋ ਮੈਗਜ਼ੀਨ ਨਿਕਲਦਾ ਸੀ। ਇਹਨਾਂ ਦੇ ਵਿੱਚ ਪਰਮਿੰਦਰਜੀਤ ਹੁਣ ਕੱਢਦੇ ਹੁੰਦੇ ਸੀ। ਤੇ ਉਹ ਵਿਦਿਆਰਥੀ ਜੀਵਨ 'ਚ ਮੇਰੀਆਂ ਉਦੋਂ ਕਵਿਤਾਵਾਂ ਛਪੀਆਂ ਰਹੀਆਂ। ਨਵੇਂ ਜ਼ਮਾਨੇ 'ਚ ਵੀ ਕੁਝ ਛਪੀਆਂ ਉਸ ਦੌਰ ਦੇ ਵਿੱਚ। ਹਾਂਜੀ ਉਹ ਫਿਰ ਜਦੋਂ ਮੈਂ ਫਿਰ PhD ਕਰ ਰਿਹਾ ਸੀ, ਫਿਰ ਮੈਨੂੰ ਲੱਗਿਆ ਵੀ ਪੰਜਾਬੀ 'ਚ ਤਾਂ ਬਹੁਤ ਸ਼ਾਨਦਾਰ ਕਿਸਮ ਦੀ ਕਵਿਤਾ ਲਿਖੀ ਜਾਂਦੀ ਹੈ ਤੇ ਮੈਨੂੰ ਇਹ ਕੰਮ ਛੱਡ ਦੇਣਾ ਚਾਹੀਦਾ। ਮੈਂ ਜੇ ਉਸ ਲੈਵਲ ਦੀ ਨਹੀਂ ਲਿਖ ਸਕਦਾ ਤਾਂ ਜ਼ਰੂਰੀ ਨਹੀਂ ਹੈ ਵੀ ਕਵਿਤਾ ਲਿਖਣੀ ਆ। ਠੀਕ ਹੈ। ਇੱਕ ਤਾਂ ਮੈਨੂੰ ਉਦੋਂ ਮਹਿਸੂਸ ਆ ਲੱਗਾ ਮੈਂ ਬਹੁਤ ਅੱਛੀ ਕਵਿਤਾ ਲਿਖ ਰਿਹਾ ਨਹੀਂ, ਤੁਸੀਂ ਬਹੁਤ ਅੱਛੀ ਕਵਿਤਾ ਲਿਖਦੇ ਹੋ, ਮੈਂ ਸਮਝਦੀ ਹਾਂ। ਤੇ ਫਿਰ ਜਦੋਂ ਸੰਕਟ ਇਹ ਪੈਦਾ ਹੋ ਗਿਆ ਕਿ ਆਲੋਚਨਾ ਦੇ ਵਿੱਚ ਆ ਗਏ, ਤੇ ਫਿਰ ਜਦੋਂ ਤੁਸੀਂ ਆਲੋਚਕ ਬਣ ਜਾਂਦੇ ਹੋ ਨਾ, ਇਹ ਆਪਦੀ ਕਵਿਤਾ ਨੂੰ ਵੀ ਉਵੇਂ ਦੇ ਦਿੰਦੇ ਜਿਵੇਂ ਦੂਜੇ ਦੇ ਨੂੰ ਦੇਖਦੇ। ਫਿਰ ਲੱਗਦਾ ਵੀ ਰਹਿਣ ਦੇ ਤਾਂ ਉਹ ਗੱਲ ਨਹੀਂ ਹੈ ਵੀ ਜੋ ਅਸੀਂ ਦੂਜੇ ਤੋਂ ਐਕਸਪੈਕਟ ਕਰਦੇ ਹਾਂ ਉਹ ਵਾਲਾ ਪੱਧਰ ਨਹੀਂ ਹੈ। ਸੋ ਫਿਰ ਇਸ ਕਰਕੇ ਲਿਖਦਾ, ਪਰ ਮੈਂ ਲੁਕੋ ਕੇ ਹੀ ਰੱਖਦਾ। ਮੈਂ ਛੁਪਾਉਂਦਾ ਨਹੀਂ। ਅਸੀਂ ਤੁਹਾਡੀ ਕਿਤਾਬ ਚ ਪਾ ਲੈਣੀ ਹੈ। ਵੈਸੇ ਮੇਰੀ ਇੱਕ ਗੱਲ ਦੱਸੋ ਕਿ ਕਵਿਤਾ ਦੇ ਵਿੱਚ ਤੁਸੀਂ ਪੰਜਾਬੀ ਕਵੀਆਂ ਦੇ ਵਿੱਚੋਂ ਕਿਹਦੇ ਤੋਂ ਪ੍ਰਭਾਵਿਤ ਹੋਏ? ਜਦੋਂ ਥੋੜਾ ਬਹੁਤ ਇੱਕ ਜਾਂ ਦੋ ਵੀ। ਪੰਜਾਬੀ ਦੇ ਵਿੱਚ ਮੈਂ ਜੇ ਪ੍ਰਭਾਵਿਤ ਹੋਇਆ ਕਵਿਤਾ ਦੇ ਖੇਤਰ 'ਚ ਤਾਂ ਮੈਂ ਡਾਕਟਰ ਹਰਭਜਨ ਸਿੰਘ ਤੋਂ। ਓ ਮਾਈ ਗॉड, ਉਹਨਾਂ ਤੋਂ ਬਹੁਤ ਲੋਕ ਪ੍ਰਭਾਵਿਤ ਹੋਏ। ਮੈਂ ਹਰਭਜਨ ਸਿੰਘ ਤੋਂ ਇਸ ਕਰਕੇ ਵੀ ਪ੍ਰਭਾਵਿਤ ਹਾਂ, ਮੈਂ ਤਾਂ ਅੱਜ ਵੀ ਪ੍ਰਭਾਵਿਤ ਹਾਂ। ਹਾਲਾਂਕਿ ਵਿਚਾਰਧਾਰਕ ਤੌਰ ਤੇ ਮੈਂ ਕਦੇ ਡਾਕਟਰ ਸਾਹਿਬ ਦੇ ਹੱਕ 'ਚ ਕਦੇ ਨਹੀਂ ਲਿਖਿਆ, ਆਲੋਚਨਾ ਦੇ ਤਾਂ ਕਦੇ ਵੀ ਨਹੀਂ ਲਿਖਿਆ। ਉਹਨਾਂ ਦੀਆਂ ਸਿਸਟਮ ਹੀ ਪਾਰਗਮ ਸਾਰਾ ਕੁਝ। ਹਾਂਜੀ ਕਿ ਹਰਭਜਨ ਸਿੰਘ ਮੈਨੂੰ ਨਾ ਸਮੂਰਤ ਰੂਪ 'ਚ ਕਵੀ ਲੱਗ ਮਤਲਬ ਇੱਕ ਐਸੀ ਸ਼ਖਸੀਅਤ ਲੱਗਦੀ ਹੈ ਜਿਹੜੀ 24 ਘੰਟੇ ਸਾਹਿਤ ਦੇ ਵਿੱਚ ਹੀ ਰਹਿੰਦੀ। ਮਤਲਬ ਹਰਭਜਨ ਸਿੰਘ ਜਦੋਂ ਕਵਿਤਾ ਲਿਖਦਾ ਤਾਂ ਉਦੋਂ ਸਿਰੇ ਦਾ ਕਵੀ ਹੁੰਦਾ। ਤੇ ਜਦੋਂ ਕ੍ਰੀਏਟਿਵ ਵਾਰਤਕ ਲਿਖਦਾ, ਚਾਹੇ ਉਹ ਚੋਲਾ ਟਾਕੀਆਂ ਵਾਲਾ ਹੋਵੇ, ਚਾਹੇ ਧੁੱਪੇ ਬਲਦਾ ਦੀਵਾ ਹੋਵੇ, ਇੱਕ ਖਤ ਤੇਰੇ ਨਾ ਹੋ, ਉਹਦੀਆਂ ਜਾਂ ਪਤਰੰਜਲੀ ਵਰਗੀਆਂ ਕਿਤਾਬਾਂ, ਤੇ ਉਦੋਂ ਹਰਭਜਨ ਸਿੰਘ ਬਹੁਤ ਵੱਡਾ ਵਾਰਤਕ ਆ। ਤੇ ਜਦੋਂ ਹਰਭਜਨ ਸਿੰਘ ਸਮੀਖਿਆ ਦੇ ਵਿੱਚ ਆਉਂਦਾ, ਆਲੋਚਨਾ ਦੇ ਵਿੱਚ, ਤਾਂ ਉਹ ਆਪਣੀ ਗੱਲ ਇੰਨੇ ਸਹਿਜ ਸ਼ਬਦਾਂ 'ਚ ਕਹਿਣ ਦੀ ਯੋਗਤਾ ਰੱਖਦਾ ਤੇ ਸਾਡੇ ਬਹੁਤੇ ਆਲੋਚਕ ਨਹੀਂ ਆ। ਜਾਂ ਮੈਂ ਪ੍ਰਭਾਵਿਤ ਹੋਇਆ ਡਾਕਟਰ ਅਤਰ ਸਿੰਘ ਦੀ ਸ਼ਖਸੀਅਤ ਤੋਂ, ਕਿਉਂਕਿ ਅਤਰ ਸਿੰਘ ਨੂੰ ਮੈਂ ਪੰਜਾਬੀ ਆਲੋਚਨਾ ਦਾ ਇੱਕ ਤਰ੍ਹਾਂ ਨਾਲ ਬੁੱਧ ਪੁਰਸ਼ ਸਮਝਦਾ। ਠੀਕ ਹੈ। ਕਿਉਂਕਿ ਡਾਕਟਰ ਅਤਰ ਸਿੰਘ ਬਹੁਤ ਸਿਰਜਣਾਤਮਕ, ਬਹੁਤ ਕ੍ਰੀਏਟਿਵ ਔਰ ਇੱਕੋ ਸਮੇਂ ਬਹੁਤ ਸਾਰੀਆਂ ਚੀਜ਼ਾਂ ਸੋਚ ਲੈਣ ਵਾਲੇ ਦੇ ਵਿੱਚੋਂ ਸਨ। ਸੋ ਥੋੜੇ ਮੋਟੇ ਤਾਂ ਕਿਤੇ ਨਾ ਕਿਤੇ ਰਿਹਾ। ਡਾਕਟਰ ਰਵੀ ਹੋਰਾਂ ਤੋਂ ਮੈਂ ਬਹੁਤ ਮੁਤਾਸਰ ਰਿਹਾ। ਤੋ ਇੱਥੇ ਮੈਨੂੰ ਹੁਣ ਇਹ ਵੀ ਦੱਸੋ ਕਿ ਤੁਸੀਂ ਡਾਕਟਰ ਆਤਮ ਹਮਰਾਹੀ ਦੀ ਕਵਿਤਾ ਨੂੰ ਕਿਸ ਤਰ੍ਹਾਂ ਸਮਝਦੇ ਹੋ? ਡਾਕਟਰ ਸਾਹਿਬ ਨਾਲ ਤਾਂ ਦੇਖੋ ਮੇਰੇ ਸੰਬੰਧ, ਮੈਂ ਅੱਜ ਵੀ ਉਹਨਾਂ ਦੇ ਲਗਭਗ 15 ਸਾਲ ਹੋ ਗਏ ਉਹਨਾਂ ਨੂੰ ਇੱਥੋਂ ਗਿਆ। ਅੱਜ ਵੀ ਮੈਂ ਆਪਣਾ ਉਹਨਾਂ ਨਾਲ ਸੰਬੰਧ ਗੁਰੂ ਸ਼ਿਸ਼ਿਆ ਵਾਲਾ ਹੀ ਸਮਝਦਾ। ਤੇ ਦੂਸਰਾ ਇਹ ਆ ਕਿ ਡਾਕਟਰ ਸਾਹਿਬ ਦੀ ਕਿਤਾਬ 2000 'ਚ ਕਵਿਤਾ ਦੀ ਛਪੀ ਸੀ, ਰਹਿਮਤ। ਤੇ ਡਾਕਟਰ ਸਾਹਿਬ ਮੇਰੇ ਕੋਲ ਕਿਤਾਬ ਲੈ ਕੇ ਆਏ ਇੱਥੇ ਵੀ, ਤੇ ਸਰਬਜੀਤ ਵੀ ਇਹਦੀ ਭੂਮਿਕਾ ਤੂੰ ਲਿਖਣੀ। ਉਦੋਂ ਅਜੇ ਮੈਂ ਨਵਾਂ ਆਲੋਚਕ ਉੱਠਿਆ ਹੀ ਸੀਗਾ। ਤੇ ਮੈਂ ਕਿਹਾ ਵੀ ਡਾਕਟਰ ਸਾਹਿਬ
ਤੁਸੀਂ ਤਾਂ ਐਡੀ ਵੱਡੀ ਸ਼ਖਸੀਅਤ ਤੋਂ ਤੇ ਵੱਡੇ ਬੰਦੇ ਤੋਂ ਕਿਸੇ ਤੋਂ ਲਿਖਵਾਓ। ਜੀ ਉਹ ਕਹਿੰਦੇ ਨਹੀਂ। ਉਹਨੇ ਮੈਨੂੰ ਜਿਹੜੀ ਮੇਰੇ ਬਾਰੇ ਉਹਨਾਂ ਨੇ ਉਦੋਂ ਹੱਸ ਕੇ ਗੱਲ ਕਹੀ, ਮੈਂ ਉਹ ਤਾਂ ਨਹੀਂ ਦੁਹਰਾਉਂਦਾ। ਉਹ ਕਹਿੰਦੇ ਨਹੀਂ ਲਿਖੇਂਗਾ ਤੂੰ ਲਿਖੇਂਗਾ। ਅੱਛਾ, ਉਹ ਦੱਸਣ ਵਾਲੀ ਨਹੀਂ ਹੈਗੀ ਕਿ ਨਹੀਂ ਹੈਗੀ ਆ, ਉਹ ਕੈਮਰੇ ਤੋਂ ਇੱਧਰ ਉੱਧਰ ਕਿਤੇ ਦੱਸਾਂਗਾ, ਚੰਗਾ ਹੀ ਨਹੀਂ ਲੱਗਦੀ ਆਪਣੇ ਮੂੰਹੋਂ ਓਕੇ ਓਕੇ, ਠੀਕ ਹੈ। ਨਹੀਂ, ਮੈਂ ਵੀ ਉਹੀ ਗੱਲ ਸਮਝਦੀ ਜੋ ਪਾਪਾ ਸੋਚਦੇ ਹੋਣਗੇ ਤੁਹਾਡੇ ਬਾਰੇ। ਇਨਫੈਕਟ ਹਾਂਜੀ। ਤੇ ਫਿਰ ਉਸ ਕਿਤਾਬ ਦੀ ਭੂਮਿਕਾ ਮੈਂ ਤੇ ਡਾਕਟਰ ਕੇਸਰ ਸਿੰਘ ਕੇਸਰ ਉਹਨਾਂ ਨੇ ਦੋਵਾਂ ਨੇ ਲਿਖੀ ਸੀ। ਉਹ ਕਿਤਾਬ ਛਪੀ ਜੇ ਉਹਨਾਂ ਦੀ ਹੈਗੀ ਸਵੈ ਸਿਰਜੀਆਂ। ਹਾਂਜੀ। ਅੱਛਾ, ਹਾਂਜੀ। ਸੋ ਮੈਂ ਡਾਕਟਰ ਕੇਸਰ ਮੇਰੇ ਗੁਰੂ ਸਾਹਿਬ। ਹਾਂਜੀ, ਬਿਲਕੁਲ। ਤੇ ਇਹ ਮੇਰੇ ਲਈ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਦਾ ਮੈਨੂੰ ਇੱਕ ਤਰ੍ਹਾਂ ਨਾਲ ਦਿੱਤਾ ਹੋਇਆ ਇਹ ਸਨਮਾਨ ਸੀ ਕਿ ਉਸੇ ਕਿਤਾਬ ਦੇ ਬਾਰੇ ਡਾਕਟਰ ਮੇਰੇ ਗੁਰੂ ਲਿਖ ਰਹੇ ਆ, ਡਾਕਟਰ ਕੇਸਰ ਸਿੰਘ ਕੇਸਰ, ਤੇ ਉਸੇ ਕਿਤਾਬ ਬਾਰੇ ਮੈਂ ਲਿਖ ਰਿਹਾ, ਉਹਨਾਂ ਦੀ ਕਵਿਤਾ ਬਾਰੇ ਤੇ ਉਹ ਛਪਿਆ। ਸੋ ਇੱਕ ਤਾਂ ਇਸ ਤਰ੍ਹਾਂ ਦੇ ਉਹਨਾਂ ਨਾਲ ਮੇਰੇ ਮਤਲਬ ਬੜੇ ਸਾਰੇ ਸੰਬੰਧ ਰਹੇ, ਖੁੱਲੇ ਸੰਬੰਧ, ਗੁਰੂਆਂ ਵਾਲੇ ਵੀ, ਦੋਸਤਾਂ ਮਿੱਤਰਾਂ ਵਾਲੇ ਵੀ। ਚੰਡੀਗੜ੍ਹ ਮੇਰੇ ਕੋਲ ਆ ਕੇ ਰਹਿੰਦੇ ਰਹੇ, ਮੈਨੂੰ ਬੁਲਾ ਲੈਂਦੇ ਰਹੇ। ਸੋ ਉਹਨਾਂ ਨੇ ਮੈਂ ਚਾਹੂੰਗੀ ਡਾਕਟਰ ਸਾਹਿਬ ਇੱਕ ਮੈਂ ਇਕੱਲਾ ਪ੍ਰੋਗਰਾਮ ਪਾਪਾ ਤੇ ਕਰੂੰਗੀ ਤੇ ਤੁਸੀਂ ਮੇਰੇ ਹਾਂਜੀ ਹਾਂਜੀ ਕਰੋ 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 ਜ਼ਰੂਰ ਕਰੋ। ਉਹਨਾਂ ਲਈ ਜੋ ਮੇਰੇ ਜਿਵੇਂ ਤੁਸੀਂ ਲਾਓਗੇ ਕੰਮ ਹੈ ਉਹ ਡਾਕਟਰ ਸਾਹਿਬ ਬਾਰੇ। ਹਾਂਜੀ, ਐਕਚੁਅਲੀ ਮੈਂ ਦੇਖੋ ਮੈਂ ਆਪਣੇ ਬਾਰੇ ਥੋੜੀ ਜਿਹੀ ਵਿੱਚ ਆਪਣੀ ਗੱਲ ਦੱਸਦੀ ਹਾਂ ਕਿ ਮੈਂ MA ਕੀਤੀ ਗਵਰਨਮੈਂਟ ਕਾਲਜ ਵਾਈਸ ਤੋਂ ਤੁਹਾਡੇ ਤੋਂ 82 ਵਿੱਚ। ਤਾਂ ਫਿਰ ਮੇਰਾ ਵਿਆਹ ਹੋ ਗਿਆ ਤੇ ਉਹ ਘਰਦਿਆਂ ਦੀ ਸ਼ਰਤ ਸੀ ਵੀ ਅਸੀਂ ਨੌਕਰੀ ਨਹੀਂ ਕਰਾਉਣੀ, ਪਰ ਮੇਰੇ ਅੰਦਰ ਜਿਹੜਾ ਸਾਹਿਤ ਸੀ ਉਹ ਬਾਈ ਮੇਰੇ ਬਲੱਡ 'ਚ ਸੀਗਾ। ਤਾਂ ਇਹੀ ਇੱਥੇ ਤੱਕ ਮੈਨੂੰ ਲਿਆਇਆ ਤੇ ਉਹ ਹੁਣ ਤੁਸੀਂ ਸਬੱਬ ਬਣੇ। ਮੈਂ ਤੁਹਾਡੀ ਭੂਮਿਕਾ ਤੋਂ ਹੀ ਗੱਲ ਚੁੱਕੀ ਸਾਰੀ ਤੇ ਸਾਹਿਤ ਧਾਰਾ ਸ਼ੁਰੂ ਕੀਤਾ, ਕਈ ਗੱਲਾਂ ਰਲ ਗਈਆਂ ਨੇ ਨਾ। ਸੋ ਮੈਂ ਚਾਹੁੰਦੀ ਹਾਂ ਕਿ ਪਾਪਾ ਦਾ ਜਿਹੜਾ ਸਾਰਾ ਕੰਮ ਰੁਕਿਆ ਉਹ ਵੀ ਆਪਾਂ ਅੱਗੋਂ ਕਿਸੇ ਨਾ ਕਿਸੇ ਰੂਪ ਸਾਹਮਣੇ ਲੈ ਕੇ ਆਵਾਂਗੇ, ਹੋਰ ਲੋਕਾਂ ਨਾਲ ਵੀ ਗੱਲ ਕਰਾਂਗੇ। ਤੇ ਇਸ ਤੋਂ ਇਲਾਵਾ ਇੱਕ ਬੜਾ ਅਹਿਮ ਕੁਐਸਚਨ ਹੈ ਕਿ ਸਾਡੇ ਪੰਜਾਬੀ, ਤੁਸੀਂ ਸ਼ਾਰਟ ਵਿੱਚ ਆਨਸਰ ਕਰ ਦਿਓ, ਕਿ ਸਾਡੀ ਪੰਜਾਬੀ ਕਵਿਤਾ ਦਾ ਅਧਿਐਨ ਕਰਨ ਲਈ ਪੱਛਮੀ ਆਲੋਚਨਾ ਵਿਧੀਆਂ ਦੀ ਲੋੜ ਹੈ ਕਿ ਸਾਡੇ ਕੋਲ ਆਪਦਾ ਜਿਹੜਾ ਮਾਰਕਸਵਾਦ ਹੋ ਗਿਆ, ਸੰਰਚਨਾਵਾਦ ਹੋ ਗਿਆ, ਉੱਤਰ ਆਧੁਨਿਕਵਾਦ ਵਗੈਰਾ ਵਗੈਰਾ, ਕਿ ਜਿਹੜੀ ਪੰਜਾਬੀ ਕਵਿਤਾ ਦਾ ਕੋਈ ਆਪਦਾ ਮੌਲਿਕ ਸ਼ਾਸਤਰ ਵੀ ਹੈਗਾ? ਨਹੀਂ, ਪੰਜਾਬੀ ਦਾ ਆਪਣਾ ਤਾਂ ਅਜੇ ਤੱਕ ਕੋਈ ਮੌਲਿਕ ਕਾਵਿ ਸ਼ਾਸਤਰ ਨਹੀਂ ਹੈ। ਹਾਂਜੀ, ਅਸੀਂ ਬਹੁਤ ਸਾਰਾ ਦੂਜੇ ਚਿੰਤਨ ਦੇ ਨਾਲ ਹੀ ਕੰਮ ਚਲਾਇਆ। ਠੀਕ ਹੈ। ਮੈਂ ਇਸ ਗੱਲ ਦੇ ਤਾਂ ਹਮੇਸ਼ਾ ਹੱਕ 'ਚ ਰਹਿਣਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਤੇ ਜਿਹੜਾ ਵੀ ਗਿਆਨ ਪੈਦਾ ਹੋ ਰਿਹਾ ਉਸ ਦਾ ਕੋਈ ਇੱਕ ਅੱਧਾ ਮਾਲਕ ਨਹੀਂ, ਉਹ ਸਮੁੱਚੀ ਮਨੁੱਖ ਜਾਤੀ ਦਾ ਸਾਂਝਾ। ਇਸ ਕਰਕੇ ਜਿਹੜਾ ਗਿਆਨ ਸਾਨੂੰ ਆਪਣੇ ਆਪ ਨੂੰ, ਸਾਡੇ ਸਮਾਜ ਨੂੰ, ਸਾਡੇ ਸਾਹਿਤ ਨੂੰ ਸਮਝਣ 'ਚ ਸਹਾਈ ਹੈ ਉਹ ਸਾਨੂੰ ਲੈ ਲੈਣਾ ਚਾਹੀਦਾ। ਉਹ ਕੋਈ ਪੱਛਮ ਨਹੀਂ, ਕੋਈ ਪੂਰਬ। ਤੇ ਇੱਥੇ ਇੱਕ ਹੋਰ ਨਾਲ ਹੀ ਜਿਹੜੀ ਮੱਧ ਵਰਗੀ ਸਾਡੇ ਸਾਰੇ ਸਾਹਿਤ ਆ, ਜਿਹੜੇ ਸਾਡੇ ਹੁਣ ਦੇ ਬੱਚੇ ਆ, ਸਟੂਡੈਂਟ ਆ, ਨਵੇਂ ਉੱਠਦੇ ਕਵੀ ਆ, ਉਹਨਾਂ ਨੂੰ ਉਹ ਪੜ੍ਹਨ ਦੀ ਲੋੜ ਹੈ ਕਿ ਉਹਦੇ ਤੋਂ ਬਾਹਰ ਜੋ ਚੱਲ ਰਹੇ ਉਹ ਸਫੀਸ਼ੀਐਂਟ ਹੈ? ਨਹੀਂ, ਗਿਆਨ ਤਾਂ ਦੇਖੋ ਮਨਦੀਪ ਜੀ ਜਿੰਨਾ ਵੀ ਹੋਵੇ ਓਨਾ ਥੋੜਾ, ਵੱਧ ਤੋਂ ਵੱਧ। ਅਜੇ ਵੀ ਮੈਂ ਤਾਂ ਜਦੋਂ ਕਲਾਸ 'ਚ ਪੜ੍ਹਾਉਣਾ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜਿਸ ਸੰਰਚਨਾਵਾਦ ਦੀ ਅਸੀਂ ਗੱਲ ਬਾਇਆ ਫਰਾਂਸ ਕਰ ਰਹੇ ਹਾਂ, ਉਹ ਸੰਰਚਨਾਵਾਦ ਤਾਂ ਸਾਡੇ ਭਾਰਤੀ ਕਾਵਿ ਸ਼ਾਸਤਰ ਦੇ ਧੁਨੀ ਵਿਗਿਆਨ 'ਚ ਪਿਆ। ਸੋ ਇਸ ਕਰਕੇ ਜੇ ਤੁਹਾਨੂੰ ਧੁਨੀ ਵਿਗਿਆਨ ਬਹੁਤ ਚੰਗੀ ਤਰ੍ਹਾਂ ਦਾ ਤਾਂ ਤੁਹਾਨੂੰ ਸੰਰਚਨਾਵਾਦ ਸਮਝਣ 'ਚ ਸੌਖ ਆ। ਸੋ ਇਸ ਕਰਕੇ ਸਾਨੂੰ ਆਪਣਾ ਅਤੀਤ ਆ ਜਿਹੜਾ, ਵਿਰਾਸਤ ਆ ਜਿਹੜੀ, ਉਹਦੇ 'ਚ ਅਜੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਅੱਜ ਵੀ ਉਹ ਸਮਝਣ 'ਚ ਬਹੁਤ ਸਹਾਇਕ ਨੇ। ਠੀਕ ਹੈ। ਅਸੀਂ ਇੱਕ ਹੋਰ ਮੈਂ ਤੁਹਾਡੀ ਕਵਿਤਾ ਜਿਹੜੀ ਸੱਚ ਦੀ ਤਲਾਸ਼ ਪਾਈ ਹੈ, ਉਹਦੇ 'ਚ ਤੁਸੀਂ ਇੱਕ ਪਾਸੇ ਤੁਹਾਡੇ ਬਾਰੇ ਸਮਝਿਆ ਜਾਂਦਾ ਕਿ ਤੁਸੀਂ ਮਾਰਕਸੀ ਵਿਚਾਰਧਾਰਾ ਦੇ ਹਾਮੀ ਹੋ, ਪਰ ਤੁਹਾਡੀ ਕਵਿਤਾ ਗੁਰੂ ਨਾਨਕ ਤੇ ਮਰਦਾਨੇ ਦੀ ਬੜੀ ਵੱਡੀ ਗੱਲ ਹੈ ਅਸਲ ਵਿੱਚ, ਤੇ ਕਿਉਂਕਿ ਪੂਰੇ ਸਿੱਖ ਧਰਮ ਨਾਲ ਜਾ ਕੇ ਜੁੜਦੀ ਹੈ। ਤੇ ਮੈਨੂੰ ਇਸ ਗੱਲ ਬਾਰੇ ਦੱਸੋ ਕਿ ਤੁਸੀਂ ਸਮਝਦੇ ਹੋ? ਨਹੀਂ, ਇਹ ਜਿਹੜੇ ਮਾਰਕਸਵਾਦੀਆਂ ਬਾਰੇ ਇੱਕ ਭੁਲੇਖਾ ਪਾਇਆ ਨਾ, ਮਾਰਕਸਵਾਦੀ ਨਾਸਤਿਕ ਹੁੰਦੇ ਆ ਤੇ ਆਏ ਤੇ ਆਏ, ਇਹੋ ਜਿਹੀ ਕੋਈ ਗੱਲ ਨਹੀਂ। ਇਹ ਬਿਲਕੁਲ ਮੈਂ ਗੁਰੂ ਨਾਨਕ ਉੱਤੇ ਲਿਖਣ ਵਾਲਾ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਲਿਖਣ ਵਾਲਾ, ਮੈਂ ਗੁਰੂ ਨਾਨਕ ਬਾਰੇ 4 ਲੇਖ ਲਿਖਿਆ ਮੈਡਮ ਜੀ, ਲੰਮੇ 550 ਸਾਲਾਂ ਤੇ ਮੈਂ ਗੁਰੂ ਨਾਨਕ ਸਾਹਿਬ ਦੇ ਉੱਤੇ 35 ਸਫ਼ੇ ਦਾ ਇੱਕ ਲੇਖ ਲਿਖਿਆ, ਗੁਰੂ ਨਾਨਕ ਦਾ ਸਮਾਜ ਦਰਸ਼ਨ, ਤੇ ਸਾਡੇ ਉਹ ਖੋਜ ਦਰਪਣ 'ਚ ਪਰਖ 'ਚ ਇਸ ਵਾਰੀ ਛਪ ਰਿਹਾ। ਆਦਿ ਗ੍ਰੰਥ ਦੇ ਮਹੱਤਵ ਨੂੰ ਸੀਮਿਤ ਕਰਨ ਦੇ ਬੜੇ ਕਾਰਨਾਂ ਬਾਰੇ ਅਸੀਂ ਅੱਜ ਸੋਚਣਾ। ਬਿਲਕੁਲ ਮੈਂ ਉਹਦੇ ਬਾਰੇ ਇੱਕੋ ਦੱਸ ਦਿੰਦਾ। ਇੱਕ ਤਾਂ ਇਹ ਹੈ ਕਿ ਜਦੋਂ ਅਸੀਂ ਆਦਿ ਗ੍ਰੰਥ ਨੂੰ ਸਿਰਫ ਪੰਜਾਬ ਤੱਕ ਸੀਮਿਤ ਰੱਖਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਤਾਂ ਜਿਹੜਾ ਵਿਜ਼ਨ ਆ ਉਹ ਤਾਂ ਸਰਬੱਤ ਦੇ ਭਲੇ ਦਾ, ਉਹ ਪੰਜਾਬੀਆਂ ਦੇ ਭਲੇ ਦਾ ਥੋੜੀ ਹੈ ਜੀ, ਤੇ ਨਾ ਇਕੱਲੇ ਸਿੱਖਾਂ ਦੇ ਭਲੇ ਦਾ, ਉਹ ਸਮੁੱਚਤਾ ਦਾ, ਮਾਨਵਤਾ ਦਾ, ਲੋਕਾਈ ਦਾ। ਤੇ ਅਸੀਂ ਉਸ ਨੂੰ ਸੀਮਿਤ ਕਰ ਲਿਆ ਇੱਕ ਖਾਸ ਦਾਇਰੇ ਤੱਕ।
ਸਾਨੂੰ ਉਸ ਨੂੰ ਵਿਸਤਾਰਨਾ ਚਾਹੀਦਾ। ਮੈਂ ਤਾਂ ਅੱਜ ਵੀ ਇਸ ਗੱਲ ਦਾ ਹਾਮੀ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਤਾਂ ਦੁਨੀਆ ਦੀਆਂ ਜ਼ੁਬਾਨਾਂ ਦੇ ਵਿੱਚ ਟ੍ਰਾਂਸਲੇਸ਼ਨ ਹੋਣਾ ਚਾਹੀਦਾ, ਉਹਦਾ ਦੁਨੀਆ 'ਚ ਪਹੁੰਚਣਾ ਚਾਹੀਦਾ। ਜਿਹੜੇ ਲੋਕ ਗੁਰਮੁਖੀ ਨਹੀਂ ਸਮਝਦੇ ਉਹਨਾਂ ਦੀਆਂ ਜ਼ੁਬਾਨਾਂ 'ਚ ਜਦੋਂ ਉਹ ਜਾਏਗਾ ਤਾਂ ਪਤਾ ਲੱਗੇਗਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਕਿੰਨੇ ਰੌਸ਼ਨ ਦਿਮਾਗ ਲੋਕ ਪੈਦਾ ਹੋਏ ਜਿਨ੍ਹਾਂ ਨੇ 15ਵੀਂ ਸਦੀ ਦੇ ਵਿੱਚ ਇਹ ਸਮੁੱਚੀ ਲਕਾਈ ਨੂੰ ਇੱਕ ਰਸਤਾ ਦਿੱਤਾ ਸੀ। ਸੋ ਇਸ ਕਰਕੇ ਮੈਂ ਇਹ ਕੋਈ ਸੀਮਾ ਹਾਂਜੀ ਆਪਾਂ ਇਹਦੇ ਤੇ ਹੋਰ ਦੁਬਾਰਾ ਫਿਰ ਵਿਸਥਾਰ ਨਾਲ ਗੱਲ ਕਰਾਂਗੇ। ਮੇਰੀ ਪੁਸਤਕ ਸ਼ਿਵਚੰਦ ਜੱਗੀ ਕੁੱਸਾ ਦੇ ਨਾਵਲਾਂ ਵਿੱਚ ਸਿਧਾਰਥ, ਮੈਂ ਇਹ ਹੈਡਿੰਗ ਉਹਦੀ ਕਿਤਾਬ ਦਾ, ਤੇ ਮੈਂ ਸਮਝਿਆ ਕਿ ਤੁਸੀਂ ਕਿਸੇ ਤਰ੍ਹਾਂ ਵੀ ਆਲੋਚਨਾ ਕੀਤੀ, ਉਹ ਥੋੜਾ ਬਹੁਤਾ ਉਸ ਪ੍ਰਵਾਸੀ ਸਾਹਿਤ ਨੂੰ ਮਤਲਬ ਇੱਕ ਤਰ੍ਹਾਂ ਨਾਲ ਪੂਰੀ ਖੁੱਲੀ ਦ੍ਰਿਸ਼ਟੀ ਦੇ ਨਾਲ ਸਾਡੇ ਪ੍ਰਵਾਸੀ ਸਾਹਿਤ ਦੀ ਮੈਂ ਉਹਨਾਂ ਲੋਕਾਂ ਦੀ ਇੱਕ ਤਰ੍ਹਾਂ ਨਾਲ ਹਮਾਇਤ ਕਰਦੀ ਹਾਂ ਤੇ ਉਹ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਨਜ਼ਰਸਾਨੀ ਰੱਖੋ ਤੇ ਇਹ ਗੱਲ ਥੋੜੀ ਵੀ ਤੁਸੀਂ ਕਰਦੇ ਹੋ, ਅਸੀਂ ਤਾਂ ਆਪ ਕਰਦੇ ਹਾਂ। ਨਹੀਂ ਉਹ ਥੋੜੀ ਜਿਹੀ ਲੋਕਾਂ ਨੂੰ ਨਹੀਂ ਲੋਕਾਂ ਨੂੰ ਮੈਂ ਦੱਸਦਾ ਜੀ, ਉਹ ਲੋਕਾਂ ਨੂੰ ਇਸ ਤਰ੍ਹਾਂ ਹੋ ਗਿਆ ਕਿ ਕੋਈ ਇੱਕ ਸਮਾਂ ਵੀ ਸੀਗਾ ਕਿ ਕੁਝ ਲੇਖਕਾਂ ਨੇ ਡਾਲਰਾਂ ਤੇ ਪਾਉਂਡਾਂ ਦੇ ਧੱਕੇ ਦੇ ਨਾਲ ਕੁਝ ਬੰਦਿਆਂ ਤੋਂ ਲੇਖ ਲਿਖਾ ਲਏ ਤੇ ਕਿਤਾਬਾਂ ਚ ਪਾ ਲਏ। ਉਹਦੇ ਨਾਲ ਸਾਰੀ ਕਮਿਊਨਿਟੀ ਆ ਜਿਹੜੀ ਉਹ ਇੱਕ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ ਚ ਆ ਗਈ। ਹੁਣ ਜਰਨੈਲ ਸਿੰਘ ਕੈਨੇਡਾ ਵਰਗਾ ਬੰਦਾ ਹੋਵੇ, ਸਵਰਨ ਚੰਦਨ ਵਰਗੀ ਸ਼ਖਸੀਅਤ ਹੋਵੇ, ਹਰਬਖਸ਼ ਮਕਸੂਦਪੁਰੀ ਹੋਵੇ, ਅਵਤਾਰ ਜੰਡਿਆਲ ਵੀ ਹੋਵੇ, ਭੁਪਿੰਦਰ ਪੜਿਆਰ ਹੋਵੇ, ਹੋਰ ਮੈਂ ਸੈਂਕੜੇ ਨਾਲ ਸੁਖਵਿੰਦਰ ਕੰਬੋਜ ਜਾਂ ਰਵਿੰਦਰ ਸਹਿਰਾਵਾ, ਇਹਨਾਂ ਦੀ ਲਿਖਤ ਕਿੱਥੇ ਹੈ ਔਰ ਇਹਨਾਂ ਦੀ ਲਿਖਤ ਬੋਲਦੀ ਆ, ਇਹਨਾਂ ਦਾ ਕੋਈ ਉਹ ਸਾਰਾ ਇਹ ਨਹੀਂ ਹੈਗਾ। ਉਹ ਕੁਝ ਬੰਦਿਆਂ ਨੇ ਇਸ ਤਰ੍ਹਾਂ ਦਾ ਕੀਤਾ। ਹੁਣ ਤਰਸੇਮ ਨੀਲਗਿਰੀ ਵਰਗੀਆਂ ਮੈਨੂੰ ਕਹਾਣੀ ਕੱਢ ਕੇ ਦਿਖਾ। ਹਾਂਜੀ ਬਿਲਕੁਲ ਸਹੀ ਗੱਲ ਹੈ। ਡਾਕਟਰ ਜਵੇਜਾ ਚੌਲ ਲਿਖਦੇ ਨੇ, ਉਹ ਕਹਿੰਦੇ ਨੇ 35 ਅੱਖਰੀ ਤੱਕ ਮੈਂ ਇੱਥੇ ਥੋੜੀ ਜਿਹੀ ਲਿਪੀ ਦੀ ਗੱਲ ਕਰ ਰਹੀ ਹਾਂ ਕਿ ਸਾਡੀ ਗਿਣਤੀ 35 ਹੈ ਕਿ 41, ਇਹ ਬੜਾ ਮੇਜਰ ਕੁਐਸਚਨ ਬੜਾ ਪਿਆਰ ਦੀ ਜੀ। ਜੌਲ ਸਾਹਿਬ ਨੂੰ ਤਾਂ ਕੋਈ ਜਵਾਬ ਨਹੀਂ ਦਿੱਤਾ ਜਦੋਂ ਜਿੱਦਾਂ ਅਸੀਂ ਲਿਪੀ ਦੀ ਗੱਲ ਕਰਨੀ ਹੈ। ਲਿਪੀ ਤਾਂ ਹੈ ਨਹੀਂ, ਮੈਂ 35 ਅੱਖਰਾਂ ਦੀ ਗੱਲ। ਹਾਂਜੀ ਅੱਖਰ ਤਾਂ 35 ਨੇ। ਹਾਂਜੀ ਕਿਉਂਕਿ ਐਵੇਂ ਅਸੀਂ ਦੂਜੀਆਂ ਚੀਜ਼ਾਂ ਨੂੰ ਵਿੱਚ ਜੋੜੀ ਜਾਈਏ ਉਹ ਗੱਲ ਠੀਕ ਨਹੀਂ ਹੈ। ਜਦੋਂ ਅਸੀਂ ਵਿਅੰਜਨ ਸਵਰ ਉਹਦਾ ਜਾ ਕੇ ਲਿੰਗੁਇਸਟਿਕਸ ਤੌਰ ਤੇ ਅਧਿਐਨ ਕਰਦੇ ਨਾ, ਉਦੋਂ ਜ਼ਰੂਰ ਇਹਨਾਂ ਦੇ ਉੱਤੇ ਡਿਬੇਟ ਹੈ। ਜਦੋਂ ਅਸੀਂ ਲਿਪੀ ਦੇ ਅੱਖਰਾਂ ਦੀ ਗੱਲ ਕਰਦੇ ਤਾਂ ਇਹ 35 ਨੇ। ਠੀਕ ਹੈ ਡਾਕਟਰ। ਇੱਕ ਡਾਕਟਰ ਜੋਗਾ ਸਿੰਘ ਵਿਰਕ ਨੂੰ ਉਹ ਜਿਹੜੇ ਜਿਸ ਪੱਧਰ ਤੇ ਪੰਜਾਬੀ ਨੂੰ ਪਿਆਰ ਕਰਦੇ ਨੇ ਤੇ ਅੰਗਰੇਜ਼ੀ ਨੂੰ ਨਫ਼ਰਤ ਕਰਦੇ ਨੇ, ਤੇ ਉਹ ਕਹਿੰਦੇ ਨੇ ਕਿ ਉਦਾਹਰਨ ਵਜੋਂ ਕਿ ਮੋਬਾਈਲ ਫੋਨ ਨੂੰ ਕੰਨ ਪਤਾ ਕਹਿੰਦੇ ਨੇ, ਇਹ ਠੀਕ ਹੈ ਕਿ ਇਹ ਥੋੜਾ ਜ਼ਿਆਦਾ ਨਹੀਂ ਜ਼ਿਆਦਾ ਨਹੀਂ। ਦੇਖੋ ਜੋਗਾ ਸਿੰਘ ਪੰਜਾਬੀ ਨੂੰ ਬਿਲਕੁਲ ਪਿਆਰ ਕਰਦੇ ਆ, ਬਹੁਤ ਯੋਗਦਾਨ ਹੈ। ਕੇਂਦਰੀ ਸਭਾ ਚ ਮੇਰੇ ਨਾਲ ਕੰਮ ਕਰਦੇ ਰਹੇ ਆ। ਉਹ ਕਈ ਵਾਰੀ ਇਹ ਹੋ ਜਾਂਦਾ, ਮੈਂ ਮਾਫ ਕਰਨਾ, ਮੈਂ ਹਰ ਤਰ੍ਹਾਂ ਦੇ ਭਾਸ਼ਾਈ ਮੂਲਵਾਦ ਨਾ ਜਿਹੜਾ ਫੰਡਾਮੈਂਟਲਿਜ਼ਮ ਆ ਮੈਂ ਉਹਦੇ ਵੀ ਖਿਲਾਫ। ਤੁਹਾਡੀ ਜ਼ੁਬਾਨ ਦੇ ਵਿੱਚ ਜਦੋਂ ਚੀਜ਼ਾਂ ਤੇ ਬਸਤਾਂ ਨਵੀਆਂ ਆਉਣਗੀਆਂ ਉਹਨਾਂ ਦੇ ਸ਼ਬਦ ਤੇ ਸੰਕਲਪ ਵੀ ਨਵੇਂ ਆਉਣਗੇ। ਹੁਣ ਸਵਾਲ ਇਹ ਆ ਕਿ ਉਹਨਾਂ ਨੂੰ ਉਸੇ ਰੂਪ 'ਚ ਰੱਖਣਾ ਕੀ ਕਰਨਾ। ਕਈ ਵਾਰੀ ਉਹ ਤੁਹਾਡੇ ਸ਼ਬਦ ਲੈਂਦੇ ਹੀ ਨਹੀਂ ਗਏ। ਹਾਂਜੀ ਤੁਹਾਡੇ ਸਮਰਸੀਬਲ ਮੋਟਰ ਇਹਨਾਂ ਦੀ ਬੜੀ ਵਾਰੀ ਉਦਾਹਰਨ ਦਿੰਦਾ ਤੇ ਪਿੰਡਾਂ ਵਾਲਿਆਂ ਨੇ ਕੀ ਨਾ ਕੱਢ ਲਿਆ ਮੱਛੀ ਮੋਟਰ, ਤੁਹਾਡੇ ਲਈ ਨਹੀਂ ਸਮਰਸੀਬਲ। ਜੇ ਲੋਕ ਨਹੀਂ ਉਹਨੂੰ ਲੈਣਗੇ ਤਾਂ ਉਹ ਛੱਡ ਦੇਣਗੇ। ਲੋਕਾਂ ਨੇ ਮੋਬਾਈਲ ਸ਼ਬਦ ਨੂੰ ਮੋਬਾਈਲ ਕਹਿਣਾ ਸ਼ੁਰੂ ਕਰਤਾ। ਲੈ ਤੁਸੀਂ ਲੋਕਾਂ ਤੋਂ ਮੋਬਾਈਲ ਸ਼ਬਦ ਨਹੀਂ ਦੂਰ ਕਰ ਸਕਦੇ, ਕੰਨ ਪਤਾ ਰੱਖ ਲਓ, ਕੋਈ ਪਤਾ ਰੱਖ ਲਓ, ਜੇ ਵੀ ਫੋਨ ਕਰ ਲਓ, ਕੋਈ ਕਰ ਲਓ। ਲੋਕਾਂ ਨੇ ਅਸੈਪਟ ਕਰਤਾ। ਜੇ ਤਾਂ ਜ਼ਬਾਨ ਇੱਕ ਲੋਕ ਪੱਧਰ ਤੇ ਵਿਚਰ ਰਹੀ ਹੁੰਦੀ ਆ, ਇੱਕ ਵਿਸ਼ੇਸ਼ ਪੱਧਰ ਤੇ। ਅਸੀਂ ਵਿਸ਼ੇਸ਼ ਜ਼ਬਾਨ ਬਣਾਉਣ ਵਾਲੇ ਇਹ ਕਹਿੰਦੇ ਵੀ ਲੋਕ ਸਾਡੀ ਭਾਸ਼ਾ ਨੂੰ ਵਰਤਣ, ਲੋਕ ਨਹੀਂ ਵਰਤਦੇ। ਲੋਕਾਂ ਨੇ ਜੋ ਉਹਨਾਂ ਨੂੰ ਠੀਕ ਲੱਗੇਗਾ ਉਸੇ ਨੂੰ ਉਹਨਾਂ ਨੇ। ਚਲੋ ਇੱਕ ਤਾਂ ਅਸੀਂ ਤੁਹਾਡੇ ਕੋਲ ਫੇਰ ਮੌਕਾ ਚਾਹਾਂਗੇ ਫਿਰ ਵੀ, ਤੇ ਦੂਜਾ ਇੱਕ ਆਖਰੀ ਹੈ, ਇਹ ਮੇਰਾ ਸ਼ਾਇਦ ਤੁਹਾਨੂੰ ਲੱਗੇ ਕੁਐਸਚਨ ਕਿ ਮੈਂ ਖੁਦ ਗਿਆਨੀ ਕੀਤੀ ਸੀ। ਅੱਛਾ ਕੇਸੀ ਗੁਪਤਾ ਦੀ ਮੈਂ ਵੀ ਸਟੂਡੈਂਟ ਹਾਂ ਤੇ ਮੇਰੀ ਮਦਰ ਵੀ ਤੇ ਮੇਰੇ ਫਾਦਰ ਵੀ। ਤਾਂ ਉਦੋਂ ਨਾ ਵਾਇਆ ਬਠਿੰਡਾ ਗਿਆਨੀ ਹੁੰਦੀ ਸੀ, ਤਾਂ ਉਹ ਹੁਣ ਨਹੀਂ ਪੋਸੀਬਿਲਿਟੀ ਕਿਉਂਕਿ ਸਾਹਿਤ ਦਾ ਨਹੀਂ ਹੁੰਦੀ ਹੈ ਗਿਆਨੀ ਹੁਣ ਵੀ? ਹਾਂਜੀ ਹਾਂਜੀ ਅੱਛਾ ਹੁਣ ਵੀ ਹੁੰਦੀ ਆ ਹੁਣ, ਪਰ ਉਹ ਪ੍ਰਾਈਵੇਟ ਤੁਸੀਂ ਪੇਪਰ ਦੇਣੇ ਹੁੰਦੇ ਆ। ਪ੍ਰਾਈਵੇਟ ਹੀ ਉਹਦੀ ਪੜ੍ਹਾਈ ਹੁੰਦੀ ਆ, ਰੈਗੂਲਰ ਕਲਾਸਿਸ ਨਹੀਂ ਹੈ। ਪੰਜਾਬ ਯੂਨੀਵਰਸਿਟੀ ਚ ਹੈ। ਠੀਕ ਹੈ ਇਹ ਬਹੁਤ ਵਧੀਆ ਤੁਸੀਂ ਮੈਨੂੰ ਦੱਸੀ ਹੈ। ਤੇ ਇਹਦੇ ਬਾਰੇ ਸ਼ਾਸਤਰੀ ਵੀ ਹੈ। ਅੱਛਾ ਹਿੰਦੀ ਲਈ ਸ਼ਾਸਤਰੀ ਸੀ, ਪੰਜਾਬੀ ਲਈ ਗਿਆਨੀ ਹੈ, ਅਜੇ ਵੀ ਹੈ। ਓਕੇ ਡਾਕਟਰ ਇੱਕ ਲਾਸਟ ਕੁਐਸਚਨ ਹੈ ਮੇਰਾ ਇਹ ਕਿ ਸਾਨੂੰ ਪੰਜਾਬੀ ਤੇ ਹਿੰਦੀ, ਅੰਗਰੇਜ਼ੀ ਵਗੈਰਾ ਤੋਂ ਇਲਾਵਾ ਅਰਬੀ, ਫਾਰਸੀ, ਉਰਦੂ ਦੀਆਂ ਭਾਸ਼ਾਵਾਂ ਸਿੱਖਣ ਦੀ ਲੋੜ ਹੈ। ਇੱਕ ਮੁਸਲਮਾਨ ਸੀਗੇ ਸਾਡੇ ਮੇਰੇ ਕੋਲ ਰਿਲੇਟਡ, ਉਹ ਕਹਿੰਦੇ ਕਿ ਤੁਹਾਨੂੰ ਲੋਕਾਂ ਨੂੰ ਜ਼ਰੂਰ ਸਿੱਖਣੀਆਂ ਚਾਹੀਦੀਆਂ ਨੇ ਅਰਬੀ, ਫਾਰਸੀ, ਤੇ ਇਹਦੇ ਲਈ ਕੋਈ ਇੰਤਜ਼ਾਮ ਹੈਗੇ ਕਿਸੇ ਯੂਨੀਵਰਸਿਟੀ ਵਿੱਚ? ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ ਕਿ ਤੁਸੀਂ
ਉਰਦੂ ਦੀ ਇੱਥੇ ਫਾਰਸੀ ਦਾ ਇੱਥੇ ਡਿਪਲੋਮਾ ਹੁੰਦਾ ਸਾਡੇ। ਓਕੇ ਆਨਲਾਈਨ ਆਨਲਾਈਨ ਤਾਂ ਨਹੀਂ ਹੈ ਉਹ ਪਤਾ ਲੱਗ ਗਿਆ ਹਾਂਜੀ ਇੱਥੇ ਉਰਦੂ 'ਚ ਹੋ ਰਿਹਾ, ਫਾਰਸੀ 'ਚ ਹੁੰਦਾ। ਇਸੇ ਤਰ੍ਹਾਂ ਸਾਡੇ ਤਾਂ ਇੱਥੇ ਰਸ਼ੀਅਨ ਵੀ ਆ, ਤਿੱਬਤੀਅਨ ਵੀ ਆ, ਚਾਈਨੀਜ਼ ਵੀ ਆ, ਯੂਨੀਵਰਸਿਟੀਆਂ 'ਚ ਹੈ, ਪੰਜਾਬੀ ਯੂਨੀਵਰਸਿਟੀ ਵੀ ਹੈ। ਲੇਕਿਨ ਉਹ ਇਹ ਆ ਵੀ ਉਹਦੀ ਪ੍ਰੋਵੀਜ਼ਨ ਇਸ ਤਰ੍ਹਾਂ ਦੀ ਹੈ ਕਿ ਉਹ ਕਰਨਾ ਪੈਂਦਾ। ਜੇ ਇਹ ਤੁਸੀਂ ਉਰਦੂ ਦੇ ਸਿੱਖਣੇ ਵੀ ਚਾਹੋ ਤਾਂ ਭਾਸ਼ਾ ਵਿਭਾਗ ਉਹ ਤਾਂ ਹੈ ਹੀ ਹੈ, ਉਹ ਛੋਟੇ ਲੈਵਲ ਤੇ ਤਾਂ ਹੈ ਹੀ ਹੈ, ਹਾਂਜੀ। ਪਰ ਅਰਬੀ ਫਾਰਸੀ ਦੀ ਗੱਲ ਆਪਾਂ ਕਰੀਏ ਤਾਂ ਉਹ ਥੋੜਾ ਜਿਹਾ ਅਰਬੀ ਫਾਰਸੀ ਦੇ ਲਈ ਤੁਹਾਡੇ ਤਾਂ ਮਲੇਰਕੋਟਲਾ ਨੇੜੇ ਆ ਤੇ ਉੱਥੇ ਤਾਂ ਐਡਾ ਵੱਡਾ ਇੰਸਟੀਚਿਊਟ ਆ ਉਹਨਾਂ ਲੋਕਾਂ ਦੀ ਤਾਂ ਮੈਂ ਪਰਸ਼ੀਅਨ ਹਾਂਜੀ ਪਰਸ਼ੀਅਨ ਚਲੋ ਠੀਕ ਸੇ ਹੋਰ ਕੋਈ ਗੱਲ ਤੁਸੀਂ ਆਪਣੇ ਵੱਲੋਂ ਕੋਈ ਸੁਨੇਹਾ ਦੇਣਾ ਹੋਵੇ ਸਾਡੇ ਚੈਨਲ ਦੇ ਲਈ ਤੇ ਆਪਣਾ ਸਮਝ ਕੇ ਤੁਸੀਂ ਨਹੀਂ ਇਹ ਤੁਸੀਂ ਸਾਡੇ ਚੈਨਲ ਦੇ ਮੁੱਖ ਸਲਾਹਕਾਰ ਹੋ, ਸਾਡੇ ਸਰਪ੍ਰਸਤ ਹੋ। ਬਿਲਕੁਲ ਠੀਕ ਹੈ। ਸੁਨੇਹੇ ਤਾਂ ਵੱਡੀਆਂ ਸ਼ਖਸੀਅਤਾਂ ਦਿੰਦੀਆਂ ਹੁੰਦੀਆਂ, ਮੈਂ ਸਧਾਰਨ ਬੰਦਾ ਤੇ ਮੈਂ ਤੁਹਾਡਾ ਦੇਖੋ ਨਹੀਂ ਮੈਂ ਧੰਨਵਾਦ ਇਸ ਕਰਕੇ ਕਰਨਾ ਕਿ ਮੈਂ ਮੇਰਾ ਆਪਣਾ ਬਹੁਤ ਬਿਜੀ ਸ਼ਡਿਊਲ ਸੀ ਕਿ ਤੁਹਾਨੂੰ ਉੱਥੋਂ ਚੱਲ ਕੇ ਤੇ ਆਉਣਾ ਪਿਆ ਤੇ ਐਡੀ ਦੂਰ ਚੱਲ ਕੇ ਆਏ। ਮੈਂ ਸ਼ੁਕਰੀਆ ਅਦਾ ਜੀ। ਚਲੋ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ।